सतनाम श्री वाहिगुरु साहिब जीओ। कृपा करहो दीन के दाते, मेरा गुण अवगुण ना विचारो कोई। माटी का क्या धोपै स्वामी, मानस की गत एही। तेरे कवन कवन गुण कह कह गावा, तू साहिब गुणी निधाना। तुमरी महिमा वर्ण ना साको, तू ठाकुर ऊच भगवाना। बेशुमार अथाह अगनत अतुलै, ज्यों बुलावै त्यों नानक दास बोले। अगम अगोचर सच साहिब मेरा, नानक बोले। बुलाया तेरा, नानक बोले। बुलाया तेरा। सतनाम श्री वाहिगुरु साहिब जी। निस दिन माया कारणे, प्राणी दौलत नीत। कोटन में नानक को, नारायण जिहि चीत। निस दिन माया कारणे। वाहिगुरु जी का खालसा, वाहिगुरु जी की फतेह। परम सत्कार ते सन्मानयोग चवर छत्र तखत दे मालिक, जुगो जुग अटल, सर्व सांझी वालता दे पैगंबर, दीन अते दुनिया दे राखे, मनुखता दे सांझे रहबर, गुरता गद्दी ते सुभायमान हलत पलत के रखियक। धन 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 साहिब श्री गुरु ग्रंथ साहिब जी महाराज साहिबां दी अपार किरपा बख्शिश रहमत दा सदका आप सरबत माई भाई गुरसिख संगत गुरुद्वारा सिंह शहीदां विखे अमृत वेले दे दीवाना च हाज़रियां भर के अपना मनुखा जीवन सफल कर रहे हो। वडभागे हो। सतगुरां दी रब्बी गुरबाणी दे नितनेम आसा जी की वार दे कीर्तन आप जियां ने बहुत प्यार सत्कार नाल सरवण कीते ने। उपरंत चल रही श्री गुरु ग्रंथ साहब महाराज की लड़ीवार कथा गुर शब्द विचार नाल जुड़न का सुभाग समा आपां सारिआं नूं प्राप्त होया। आओ इस मिले हुए समय नूं गुरु की बात पा के अपने जीवन जिंदगी दीआं कुछ घड़ियां पलां नूं सफल करन दा यतन करिए। सतगुरु मेहर दे घर विच आके जो साडा मार्गदर्शक कर रहे ने, गुरमत गाड़ी राह सानू दस रहे ने, उस रस्ते नूं समझण दा यतन करिए और सतगुरां दे बचन अपने हिरदे च वसा के जीवन दे विच अमली रूप विच उन्हां नूं धारण करन दी कोशिश करिए। धन धन साहिब श्री गुरु तेग बहादुर साहब पातशाह
ਜਿਨ੍ਹਾਂ ਦੀ ਪਾਵਨ ਪਵਿੱਤਰ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਲੋਕ 24 ਨੰਬਰ ਸ਼ਲੋਕ ਹੈ। ਆਪ ਜੀਆਂ ਨੇ ਬਹੁਤ ਪਿਆਰ 'ਚ ਸਰਵਣ ਕੀਤਾ। ਗੱਲ ਮਾਇਆ ਦੀ ਹੈ। ਮਾਇਆ ਦਾ ਵਿਸ਼ਾ ਬਹੁਤ ਲੰਮੇਰਾ ਹੈ। ਪਾਤਸ਼ਾਹ ਕਹਿੰਦੇ ਇਸ ਧਰਤੀ ਧਰਮਸ਼ਾਲ ਦੇ ਵਿੱਚ ਮਨੁੱਖ ਇੱਕ ਯਾਤਰਾ ਕਰਨ ਵਾਸਤੇ ਆਇਆ ਹੈ। ਹਰ ਰੋਜ਼ ਅਸੀਂ ਵੇਖ ਰਹੇ ਹਾਂ ਕੋਈ ਆ ਰਿਹਾ, ਕੋਈ ਜਾ ਰਿਹਾ, ਕੋਈ ਕੁਝ ਕੁ ਸਮਾਂ ਰੁਕਦਾ ਹੈ, ਕੋਈ ਬਹੁਤਾ, ਕੋਈ ਥੋੜ੍ਹਾ। ਯਾਤਰਾ ਦੇ ਵਿੱਚ ਅਕਸਰ ਇਸ ਤਰ੍ਹਾਂ ਹੀ ਹੁੰਦਾ ਹੈ। ਕਿਸੇ ਦੀ ਯਾਤਰਾ 15 ਦਿਨ ਦੀ ਹੁੰਦੀ ਹੈ, ਕਿਸੇ ਦੀ ਮਹੀਨੇ ਦੀ ਹੁੰਦੀ ਹੈ, ਕਿਸੇ ਦੀ 2 ਮਹੀਨੇ ਦੀ। ਮੁੜਨਾ ਤਾਂ ਪੈਂਦਾ ਹੀ ਹੈ। ਤਾਂ ਮਹਾਰਾਜ ਸਾਹਿਬ ਕਹਿੰਦੇ ਸੰਸਾਰਿਕ ਯਾਤਰਾ ਦੇ ਵਿੱਚ ਵੀ ਉਪਜੈ ਨਿਪਜੈ ਨਿਪਜ ਸਮਾਈ, ਨੈਨੋ ਦੇਖਤ ਇਹ ਜਗ ਜਾਈ। ਅੱਖਾਂ ਨਾਲ ਵੇਖਦਿਆਂ ਇੰਨੀ ਲੋਇਣੀ ਵੇਖਦਿਆਂ ਕਿੱਤੀ ਚੱਲ ਗਈ, ਕਿੰਨੇ ਆਏ ਕਿੰਨੇ ਚਲੇ ਗਏ। ਚਲੋ ਜਿੰਨੀ ਕੁ ਵੀ ਜ਼ਿੰਦਗੀ ਮਿਲੀ ਆ, ਹੁਣ ਜੇ ਯਾਤਰਾ 'ਚ ਆਏ ਹਾਂ ਖਰਚਾ ਵੀ ਚਾਹੀਦਾ, ਉਨਾ ਕੁ ਗੁਜ਼ਾਰੇ ਵਾਸਤੇ ਗੁਜ਼ਰਾਨ ਵੀ ਚਾਹੀਦੀ ਆ। ਗੁਜ਼ਾਰੇ ਜੋਗਾ ਪ੍ਰਬੰਧ ਪ੍ਰਮਾਤਮਾ ਹਰ ਇੱਕ ਦਾ ਕਰਦਾ ਹੈ। ਗੁਜ਼ਾਰਾ ਲੋੜ ਵੀ ਹੁੰਦਾ ਤੇ ਗੁਜ਼ਾਰੇ ਦੀ ਵੀ ਲੋੜ ਹੁੰਦੀ ਹੈ। ਪਰ ਇੱਥੇ ਆ ਕੇ ਇਨਸਾਨ ਥੋੜ੍ਹਾ ਜਿਹਾ ਟਪਲਾ ਖਾ ਗਿਆ। ਇਹਨੂੰ ਗੁਜ਼ਾਰਾ ਦੇਣ ਵਾਲਾ ਪਰਮਾਤਮਾ ਵੱਡਾ ਨਹੀਂ ਲੱਗਿਆ, ਜਿਹੜੇ ਗੁਜ਼ਰਾਨ ਲਈ ਉਹਨੇ ਮਾਇਆ ਦਿੱਤੀ ਉਹ ਵੱਡੀ ਲੱਗੀ। ਇੱਥੇ ਰੁਕ ਗਿਆ। ਜੇ ਤਾਂ ਹੁਣ ਰੱਬ ਤੇ ਟੇਕ ਰੱਖ ਲੈਂਦਾ, ਪਰਮਾਤਮਾ ਤੇ ਟੇਕ ਰੱਖ ਲੈਂਦਾ, ਫਿਰ ਤਾਂ ਸੰਸਾਰਕ ਯਾਤਰਾ ਬੜੀ ਸੋਹਣੀ ਲੰਘਣੀ ਸੀ। ਪਰ ਇਹਦੀ ਸਮਝ 'ਚ ਆਇਆ ਕਿ ਮਾਇਆ ਸਭ ਕੁਛ ਹੈ, ਇਹਨੇ ਮਾਇਆ ਤੇ ਟੇਕ ਰੱਖ ਲਈ। ਪਾਤਸ਼ਾਹ ਕਹਿੰਦੇ ਜੇ ਤੈਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਕਿ ਜਿਸ ਪਰਮਾਤਮਾ ਨੇ ਤੈਨੂੰ ਜਠਰ ਅਗਨੀ ਵਿੱਚ ਰੱਖਿਆ, ਸੇਕ ਨਹੀਂ ਲੱਗਣ ਦਿੱਤਾ, ਉਹ ਤੇਰੀ ਪ੍ਰਤਪਾਲਣਾ ਵੀ ਕਰੇਗਾ, ਉਹ ਤੇਰੇ ਗੁਜ਼ਰਾਨ ਦਾ ਵੀ ਖਿਆਲ ਰੱਖੇਗਾ। ਔਰ ਨਾਲ ਪਾਤਸ਼ਾਹ ਨੇ ਇਸ ਗੱਲ ਨੂੰ ਵੀ ਸਮਝਾਇਆ, ਜਿਵੇਂ ਕੱਲ੍ਹ ਸ਼ਲੋਕ ਆਇਆ ਸੀ, ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਨ। ਸੁਪਨਾ ਤੇ ਤਮਾਸ਼ਾ, ਸੰਸਾਰ ਨੂੰ ਐਵੇਂ ਸਮਝ, ਜੇ ਸੰਸਾਰ ਸੁਪਨਾ ਤੇ ਤਮਾਸ਼ਾ, ਮਾਇਆ ਵੀ ਸੁਪਨਾ ਹੀ ਹੈ। ਜਾਂਦੀ ਬਿਲਮ ਨਾ ਹੋਏ, ਇਸ ਮਾਇਆ ਕੀ ਸੋਭਾ 4 ਦਿਹਾੜੇ, ਜਾਂਦੀ ਬਿਲਮ ਨਾ ਹੋਏ। ਮਾਈ ਮਾਇਆ ਛਲ। ਤਾਂ ਮਹਾਰਾਜ ਸਾਹਿਬ ਕਹਿੰਦੇ ਕਿ ਛਲਾਵਾ ਇਹ, ਜਿਵੇਂ ਹੜ੍ਹ ਦਾ ਪਾਣੀ ਹੋਵੇ, ਬੱਦਲਾਂ ਦੀ ਛਾਂ ਹੋਵੇ, ਗੋਬਿੰਦ ਭਜਨ ਬਿਨ ਹੜ੍ਹ ਕਾ ਜਲ। ਤਾਂ ਮਹਾਰਾਜ ਸਾਹਿਬ ਕਹਿੰਦੇ ਜਦੋਂ ਮਾਇਆ ਨਾਲ ਇਹਨੇ ਆਪਣਾ ਚਿੱਤ ਜੋੜ ਲਿਆ, ਮਾਇਆ 'ਤੇ ਨਿਰਭਰ ਹੋ ਗਿਆ, ਤੇ ਫਿਰ ਮਾਇਆ ਆਪ ਡੋਲਦੀ ਹੈ। ਜਿਸ ਗੱਡੀ 'ਤੇ ਬੰਦਾ ਸਵਾਰ ਹੋਵੇ ਤੇ ਉੱਥੇ ਜਿੰਨਾ ਮਰਜ਼ੀ ਉਹ ਆਪਣੇ ਆਪ ਨੂੰ ਸਥਿਰਤਾ ਵਿੱਚ ਰੱਖੇ ਵੀ ਮੈਂ ਨਹੀਂ ਡੋਲਣਾ ਜਾਂ ਮੈਂ ਇਸ ਗੱਡੀ ਦੇ ਨਾਲ ਨਹੀਂ ਦੌੜਨਾ, ਉਹ ਤਾਂ ਹੁਣ ਗੱਡੀ 'ਚ ਬੈਠਾ, ਜਿਵੇਂ ਗੱਡੀ ਦੌੜੇਗੀ ਉਵੇਂ ਦੌੜਨਾ ਹੀ ਪਏਗਾ। ਗੱਡੀ ਕਿਤੇ ਡਾਵਾਂਡੋਲ ਹੋਏਗੀ ਤੂੰ ਵੀ ਹੋਏਗਾ, ਕਿਉਂਕਿ ਜਿਹਦੀ ਸਵਾਰੀ 'ਤੇ ਬੈਠਾ ਉਹ ਸਥਿਰ ਨਹੀਂ ਆ, ਉਹ ਡਾਵਾਂਡੋਲ, ਤੂੰ ਕਿਵੇਂ ਅਡੋਲ ਹੋ ਸਕਦਾ? ਪਰਮਾਤਮਾ ਆਪ ਅਡੋਲ ਸੀ, ਜੇ ਪਰਮਾਤਮਾ ਨਾਲ ਜੁੜ ਕੇ ਰਹਿੰਦਾ ਤਾਂ ਤੂੰ ਵੀ ਅਡੋਲ ਰਹਿਣਾ ਸੀ। ਟੇਕ ਉਹਦੇ 'ਤੇ ਰੱਖੀ ਜਿਹੜੀ ਆਪ ਅਡੋਲ ਨਹੀਂ। ਹੁਣ ਉਹ ਮਾਇਆ ਆਪ ਡੋਲਦੀ ਹੈ, ਇਨਸਾਨ ਵੀ ਡੋਲ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਤਾਂ ਮਹਾਨ ਬਖਸ਼ਿਸ਼ ਕਰਦੇ ਆ, ਚਲੋ ਕਿਸੇ ਗੱਲ ਕਰਕੇ ਸੇਵਕ ਸਿੱਖ ਦਾ ਕੋਈ ਤਕਰਾਰ ਹੋ ਜਾਏ, ਇਹ ਥੋੜ੍ਹੀ ਕਿ ਉਹਦੇ ਲਈ ਰਸਤਾ ਹੀ ਬੰਦ ਹੋ ਜਾਏ। ਰਸਤਾ ਤਾਂ ਉਹਨਾਂ ਲਈ ਬੰਦ ਨਹੀਂ ਹੋਇਆ ਜਿਹੜੇ ਬਦਾਵਾ ਲਿਖ ਕੇ ਦੇ ਕੇ ਗਏ। ਜੈਸਾ ਬਾਲਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੈ ਕਰ ਉਪਦੇਸ਼। ਪਹਿਲਾਂ ਉਪਦੇਸ਼ ਕਰਦੇ ਆ ਸਤਿਗੁਰੂ, ਝਿੜਕੈ ਬਹੁ ਭਾਂਤੀ, ਫਿਰ ਝਿੜਕਦੇ ਆ ਜਦੋਂ ਉਪਦੇਸ਼ ਨੂੰ ਸੁਣਦਾ ਵੀ ਹੈ ਤੇ ਮੰਨਦਾ ਨਹੀਂ, ਫਿਰ ਝਿੜਕ ਵੀ ਵੱਜਦੀ ਆ।
ਪਰ ਬਹੁੜ ਪਿਤਾ ਗੱਲ ਆਵੇ। ਜਿਵੇਂ ਬੱਚੇ ਨੂੰ ਬਾਪ ਫਿਰ ਗਲ ਨਾਲ ਲਾ ਲੈਂਦਾ ਹੈ, ਸਤਿਗੁਰੂ ਪਾਤਸ਼ਾਹ ਵੀ ਫਿਰ ਆਪਣੇ ਭੁੱਲੇ ਭਟਕੇ ਸਿੱਖ ਨੂੰ ਗਲ ਨਾਲ ਲਾ ਕੇ ਪਿਛਲੇ ਔਗਣ ਬਖਸ਼ ਲਏ, ਪ੍ਰਭ ਅੱਗੇ ਮਾਰਗ ਪਾਵੇ। ਅੱਗੇ ਉਹਨੂੰ ਫਿਰ ਉਹ ਮਾਰਗ ਦਿੰਦੇ ਆ ਜਿਸ ਮਾਰਗ ਤੇ ਚੱਲ ਕੇ ਇਹ ਪਰਮਾਤਮਾ ਦੇ ਦੇਸ਼ ਪਹੁੰਚ ਜਾਏ, ਜਿਸ ਮਾਰਗ ਤੇ ਚੱਲ ਕੇ ਇਹ ਅਕਾਲ ਪੁਰਖ ਦੇ ਦੇਸ਼ ਪਹੁੰਚ ਜਾਏ। ਮਹਾਰਾਜ ਸਾਹਿਬ ਕਹਿੰਦੇ ਤੈਨੂੰ ਮੈਂ ਕਿੰਨੇ ਭਰੋਸੇ ਨਾਲੇ ਬਚਨ ਕਹੇ, ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ ਤੂੰ ਸਭਨਾ ਦੇ ਆਧਾਰ। ਜਿਹਨੇ ਤੈਨੂੰ ਪੈਦਾ ਕੀਤਾ ਸਾਰਿਆਂ ਦਾ ਆਧਾਰ ਉਹੀ ਹੈ, ਤੇਰਾ ਵੀ ਆਸਰਾ ਉਹੀ ਹੈ, ਤੈਨੂੰ ਵੀ ਆਸਰਾ ਉਸੇ ਨਹੀਂ ਦੇਣਾ। ਤੂੰ ਉਹਦੇ ਤੇ ਭਰੋਸਾ ਰੱਖ, ਉਸ ਅਕਾਲ ਪੁਰਖ ਵਾਹਿਗੁਰੂ ਤੇ ਵਿਸ਼ਵਾਸ ਰੱਖ। ਤੇ ਜਿਹੜੇ ਉਹਦੇ ਭਾਣੇ ਵਿੱਚ ਚੱਲਣ ਵਾਲੇ, ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਗਈ ਜਿਉਂ ਸੁਪਨਾ ਅਰ ਭਿਖਨਾ ਐਸੇ ਜਾਕੋ ਜਾਨ, ਜਿਨ੍ਹਾਂ ਨੇ ਸੰਸਾਰ ਨੂੰ ਸੁਪਨੇ ਦੇ ਤਮਾਸ਼ੇ ਦੀ ਤਰ੍ਹਾਂ ਸਮਝ ਲਿਆ, ਉਹਨਾਂ ਨੂੰ ਪਤਾ ਵੀ ਇਹ ਮਾਇਆ ਵੀ ਸੁਪਨਾ ਹੀ ਆ, ਇਹਨੇ ਵੀ ਸਥਿਰਤਾ ਵਿੱਚ ਨਹੀਂ ਰਹਿਣਾ। ਜੇ ਮੈਂ ਮਾਇਆ ਪਿੱਛੇ ਚੱਲਾਂਗਾ ਜ਼ਿੰਦਗੀ ਬਰਬਾਦ ਹੋ ਜਾਏਗੀ। ਉਹ ਤਾਂ ਕਹਿੰਦੇ ਆ ਪਾਤਸ਼ਾਹ, ਜੋ ਰਾਜ ਦੇਹ ਤਾਂ ਕਵਨ ਵਡਾਈ, ਜੋ ਭੀਖ ਮੰਗਾਏ ਤਾਂ ਕਿਆ ਘਟ ਜਾਏ। ਤੂੰ ਰਾਜ ਦਵੇਂ ਤਾਂ ਵੀ ਤੇਰੀਆਂ ਵਡਿਆਈਆਂ ਨੇ, ਜੇ ਭੀਖ ਮੰਗਾ ਲੈ ਤਾਂ ਵੀ ਸਾਨੂੰ ਕੋਈ ਫਰਕ ਨਹੀਂ। ਫਰਕ ਪਏਗਾ ਤਾਂ ਤੈਨੂੰ ਪਏਗਾ, ਕਿਉਂਕਿ ਆਗੇ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਅਸੀਂ ਤਾਂ ਤੇਰੇ ਚਰਨਾਂ ਨਾਲ ਜੁੜੇ ਹਾਂ, ਸਾਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਆ। ਤਾਂ ਮਹਾਰਾਜ ਸਾਹਿਬ ਕਹਿੰਦੇ ਮੈਂ ਇਹ ਨਹੀਂ ਕਹਿੰਦਾ ਮਾਇਆ ਨਾ ਹੋਵੇ, ਮਾਇਆ ਰੱਖ। ਇਹ ਇੰਨੀ ਮਾਇਆ ਤੇਰੇ ਕੋਲ ਹੋਵੇ, ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਅਗਰ ਚੰਦਨ ਲੀਪ। ਮਹਾਰਾਜ ਸਾਹਿਬ ਕਹਿੰਦੇ ਤੇਰਾ ਘਰ ਸੁਗੰਧਤ, ਇੰਨੀਆਂ ਸੁਗੰਧੀਆਂ ਨਾਲ ਭਰਿਆ ਹੋਵੇ, ਉਹਨੂੰ ਚੰਦਨ ਦਾ ਲੇਪ ਕੀਤਾ ਹੋਵੇ, ਇੰਨਾ ਉਹਦੇ ਵਿੱਚ ਹਾਰ ਸ਼ਿੰਗਾਰ ਕੀਮਤੀ ਡੈਕੋਰੇਸ਼ਨ ਕੀਤੀ ਹੋਵੇ, ਪਰ ਮਤ ਦੇਖ ਭੁੱਲਾ ਵਿਸਰੈ, ਤੇਰਾ ਚਿਤ ਨਾ ਆਵੇ ਨਾ। ਇਹ ਸਾਰਾ ਕੁਝ ਵੇਖ ਕੇ ਇਹ ਦੇਣ ਵਾਲੇ ਨੂੰ ਨਾ ਭੁੱਲ ਜਾਈ, ਜਿਹਨੇ ਇੰਨਾ ਕੁਝ ਦਿੱਤਾ ਉਹਨੂੰ ਨਾ ਭੁੱਲੀ। ਮਾਇਆ ਜਿੰਨੀ ਮਰਜ਼ੀ ਹੰਡਾ। ਤਕਰੀਬਨ ਵਾ ਸਤਿਗੁਰੂ ਕਹਿੰਦੇ ਆ, ਪ੍ਰਭ ਸਿਉ ਲਾਗ ਰਹੋ ਮੇਰਾ ਚੀਤ। ਤੂੰ ਚਿੱਤ ਪਰਮਾਤਮਾ ਨਾਲ ਜੋੜਨਾ। ਚਿੱਤ ਦੀ ਬੜੀ ਵੱਡੀ ਵਿਆਖਿਆ ਹੈ, ਕਿਉਂਕਿ ਚਿੱਤ ਵਿੱਚ ਚਿੰਤਾ ਵੀ ਹੈ, ਚਿੱਤ ਵਿੱਚ ਚਿੰਤਨ ਵੀ ਹੈ। ਅੱਜ ਚਿੰਤਾ ਤਾਂ ਹਰੇਕ ਦੇ ਚਿੱਤ ਵਿੱਚ ਹੈ, ਚਿੰਤਨ ਕਿੰਨਿਆਂ ਕੁ ਦੇ ਚਿੱਤ ਵਿੱਚ ਹੈ, ਇਹ ਵੱਡਾ ਸਵਾਲ ਹੈ। ਇਸ ਚਿੱਤ ਵਿੱਚੋਂ ਚਿੰਤਨ ਵੀ ਹੋ ਸਕਦਾ ਪਰਮਾਤਮਾ ਦਾ, ਲੇਕਿਨ ਇਸ ਚਿੱਤ ਵਿੱਚ ਚਿੰਤਾ ਦੀ ਚਿਖਾ ਵੀ ਬਲ ਰਹੀ ਆ। ਤੇ ਉਹ ਚਿੰਤਾ ਦੀ ਚਿਖਾ ਤੇ ਤਾਂ ਮੈਨੂੰ ਲੱਗਦਾ ਕਿੰਨੀ ਦੁਨੀਆ ਹਰ ਰੋਜ਼ ਉਸ ਚਿਖਾ ਦੇ ਉੱਪਰ ਧੁੱਖ ਰਹੀ ਆ, ਜਿਹਦਾ ਉਹਨੂੰ ਹੱਲ ਨਹੀਂ ਲੱਭ ਰਿਹਾ। ਹੱਲ ਕੀ ਆ? ਸਤਿਗੁਰੂ ਪਾਤਸ਼ਾਹ ਕਹਿੰਦੇ ਤੂੰ ਚਾਹੁੰਦਾ ਨਹੀਂ ਕਿ ਤੇਰੇ ਘਰ ਦੇ ਵਿੱਚੋਂ ਕਲ ਕਲੇਸ਼ ਮੁੱਕ ਜਾਣ। ਮਹਾਰਾਜ ਕਹਿੰਦੇ ਤੂੰ ਚਾਹੁੰਦਾ ਨਹੀਂ ਕਿ ਤੂੰ ਜਮਾਂ ਦੀ ਫਾਹੀ ਤੋਂ ਬਚ ਜਾਏ। ਤੇਰਾ ਮਨ ਨਹੀਂ ਕਰਦਾ ਕਿ ਤੇਰੇ ਘਰ ਵਿੱਚੋਂ ਦੁੱਖ ਨਿਕਲ ਜਾਣ। ਇਹ ਸਾਰੀਆਂ ਬਿਮਾਰੀਆਂ ਦਾ ਇੱਕੋ ਹੀ ਹੱਲ ਹੈ, ਪਰਮਾਤਮਾ ਦਾ ਸਿਮਰਨ, ਵਾਹਿਗੁਰੂ ਦਾ ਸਿਮਰਨ। ਤੂੰ ਸਿਮਰਨ ਨਾਲ ਜੁੜ, ਤੇਰੇ ਕਲ ਕਲੇਸ਼ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਟਾਵੋ। ਜਿੰਨੇ ਕਲ ਕਲੇਸ਼ ਨੇ, ਚਾਹੇ ਤੇਰੇ ਤਨ ਦੇ ਹੋਣ, ਮਨ ਦੇ ਹੋਣ, ਘਰ ਦੇ ਹੋਣ, ਸਾਰੇ ਮੁੱਕ ਜਾਣਗੇ ਸਿਮਰਨ ਦੇ ਨਾਲ। ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪਰਮਾਤਮਾ ਦੇ ਸਿਮਰਨ ਦੇ ਵਿੱਚੋਂ ਇਹ ਸਾਰੇ ਦੁੱਖ ਤੇ ਜਿੰਨੀਆਂ ਵੀ ਅਲਾਮਤਾਂ ਲੱਗੀਆਂ, ਮਹਾਰਾਜ ਸਾਹਿਬ ਕਹਿੰਦੇ ਉਹ ਵੀ ਮੁੱਕ ਜਾਂਦੀਆਂ ਨੇ। ਪਰ ਤੂੰ ਉਸ ਪਰਮਾਤਮਾ ਤੇ ਭਰੋਸਾ ਰੱਖ, ਤੂੰ ਮਾਇਆ ਤੱਕ ਨਾ ਰੁਕ, ਮਾਇਆ ਦੇਣ ਵਾਲੇ ਨਾਲ ਜੁੜ। ਮਾਇਆ ਨਾਲ ਚਿੱਤ ਜੋੜੇਗਾ, ਡੋਲੇਗਾ, ਕਿਉਂਕਿ ਮਾਇਆ ਆਪ ਵੀ ਡੋਲਦੀ ਆ, ਤੈਨੂੰ ਵੀ ਉਹਨੇ ਡੁਲਾ ਦੇਣਾ। ਮਾਇਆ ਨੇ ਆਪ ਵੀ, ਉਹਦਾ ਕੋਈ ਸਟੈਂਡ ਨਹੀਂ ਆ, ਤੇ ਤੈਨੂੰ ਵੀ ਕਿਸੇ ਤਣ ਪੱਤਣ ਨਹੀਂ ਉਹਨੇ ਲੱਗਣ ਦੇਣਾ। ਇਸ ਲਈ ਤੂੰ ਪਰਮਾਤਮਾ ਨਾਲ ਚਿੱਤ ਜੋੜ, ਇੰਨਾ ਭਰੋਸਾ ਬਣਾ ਕੇ ਰੱਖ ਕਿ ਅਕਾਲ ਪੁਰਖ ਇੰਨਾ ਸਮਰੱਥ ਹੈ, ਜਿਹਨੇ ਤੈਨੂੰ ਪੈਦਾ ਕੀਤਾ, ਜਿਹੜਾ ਤੇਰੀ ਪਰਵਰਿਸ਼ ਕਰ ਰਿਹਾ, ਜਿਹੜਾ ਸਾਰਾ ਕੁਝ ਤੇਰੇ ਲਈ ਕਰ ਰਿਹਾ, ਜਿਹਨੇ ਤੈਨੂੰ ਇੰਨੀਆਂ ਸੁੱਖ ਸਹੂਲਤਾਂ, ਇੰਨੇ ਸੋਹਣੇ ਘਰ ਬਾਹਰ ਦਿੱਤੇ ਨੇ। ਚੀਤ ਆਵੇ ਤਾਂ ਪੂਰੇ ਕਾਜਾ, ਜਿਹਨੂੰ ਉਹਨੂੰ ਚੇਤੇ ਵਿੱਚ ਰੱਖਣ ਨਾਲ ਤੇਰੇ ਕਾਰਜ ਸਾਰੇ ਸਫਲ ਹੁੰਦੇ ਨੇ। ਤਾਂ ਮਹਾਰਾਜ ਸਾਹਿਬ ਕਹਿੰਦੇ ਉਹ ਐਡਾ ਸਮਰੱਥ ਭਗਤ ਧੰਨਾ ਜੀ ਦਾ ਇੱਕ ਸ਼ਬਦ ਹੈ, ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦੁਆਰਾ, ਦੇ ਆਹਾਰ ਅਗਨ ਮੈਂ ਰਾਖੈ ਐਸਾ ਖਸਮ ਹਮਾਰਾ, ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾ। ਹੁਣ ਉਦਾਹਰਨ ਦੇਖੋ ਮਹਾਰਾਜ ਨੇ ਕਿਸ ਦੀ ਲਈ, ਜਿਹਨੂੰ ਪਰਮਾਤਮਾ ਨੇ ਦੁੱਧ ਦਾ ਖਜ਼ਾਨਾ ਬਖਸ਼ਿਆ, ਉਹਨੂੰ ਖੰਭ ਨਹੀਂ ਦਿੱਤੇ। ਗਾਂ ਵੇਖ ਲਓ, ਮੱਝ ਵੇਖ ਲਓ, ਬੱਕਰੀ ਵੇਖ ਲਓ, ਬਿੱਲੀਆਂ ਜਿਹਨੂੰ ਵੀ ਦੁੱਧ ਦਾ ਖਜ਼ਾਨਾ ਦਿੱਤਾ, ਉਹਨੂੰ ਪਰਮਾਤਮਾ ਨੇ ਖੰਭ ਨਹੀਂ ਦਿੱਤੇ।
ਲੇਕਿਨ ਇੱਥੇ ਉਦਾਹਰਨ ਕੱਛੂ ਕੁੰਮੀ ਦੀ ਦੇ ਰਹੇ ਆ, ਜਿਹਦੇ ਕੋਲੇ ਦੁੱਧ ਵੀ ਨਹੀਂ ਤੇ ਖੰਭ ਵੀ ਨਹੀਂ, ਪੰਖ ਖੀਰ ਤੇ ਨਾ ਹੀ ਖੀਰ ਦਾ ਮਤਲਬ ਦੁੱਧ ਹੁੰਦਾ, ਪਰ ਪ੍ਰਤਪਾਲਣਾ ਤਾਂ ਰੱਬ ਉਹਨਾਂ ਦੀ ਵੀ ਕਰ ਰਿਹਾ ਨਾ। ਭਗਤ ਧੰਨਾ ਜੀ ਕਹਿੰਦੇ ਜਿਹਦੇ ਕੋਲੇ ਉੱਡ ਕੇ ਜਾਣ ਲਈ ਖੰਭ ਵੀ ਨਹੀਂ, ਉਹ ਚੋਗੇ ਦਾ ਪ੍ਰਬੰਧ ਕਰ ਲਏ ਤੇ ਆਪਣੇ ਕੋਲੇ ਦੁੱਧ ਦਾ ਖਜ਼ਾਨਾ ਨਹੀਂ, ਆਪਣੇ ਬੱਚਿਆਂ ਨੂੰ ਉਹ ਦੁੱਧ ਹੀ ਪਿਲਾ ਦੇਵੇ, ਕੁਛ ਵੀ ਨਹੀਂ, ਲੇਕਿਨ ਉਹ ਆਪ ਪਾਣੀ ਦੇ ਵਿੱਚ ਹੈ, ਆਂਡੇ ਉਹਨੇ ਬਾਹਰ ਦਿੱਤੇ, ਉੱਥੇ ਪ੍ਰਤਪਾਲਣਾ ਕੌਣ ਕਰ ਰਿਹਾ? ਜੇ ਕੱਛੂ ਕੁੰਮੀ ਦੇ ਆਂਡੇ, ਉਹਨਾਂ ਦੇ ਬੱਚਿਆਂ ਦੀ ਪ੍ਰਤਪਾਲਣਾ ਬਿਨਾਂ ਦੁੱਧ ਬਿਨਾਂ ਆਹਾਰ ਤੋਂ ਪ੍ਰਮਾਤਮਾ ਕਰ ਰਿਹਾ, ਫਿਰ ਤੂੰ ਕਿਉਂ ਡੋਲਦਾ, ਤੂੰ ਕਿਉਂ ਇੰਨੀ ਚਿੰਤਾ ਵਿੱਚ ਪੈ ਜਾਣਾ? ਇੱਕ ਉਦਾਹਰਣ ਮਹਾਰਾਜ ਨੇ ਹੋਰ ਦਿੱਤੀ ਆ, ਪਾਖਣ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀ। ਕਹਿੰਦੇ ਕੀੜੇ ਨੂੰ ਵੇਖਿਆ ਜਿਹੜਾ ਪੱਥਰ 'ਚ ਬੈਠਾ, ਉਹਦੇ ਕੋਲੇ ਮਾਰਗ, ਕੋਈ ਰਸਤਾ ਹੀ ਨਹੀਂ ਬਾਹਰ ਨਿਕਲਣ ਦਾ। ਕਿਤੋਂ ਜਾ ਕੇ ਉਹ ਆਪਣੀ ਰੋਜੀ ਰੋਟੀ ਦਾ ਪ੍ਰਬੰਧ ਕਰ ਲੈ, ਕੋਈ ਖੁਰਾਕ ਦਾ ਪ੍ਰਬੰਧ ਕਰ ਲੈ, ਕੋਈ ਰਸਤਾ ਹੀ ਨਹੀਂ, ਗੁਪਤ ਹੋਇਆ ਬੈਠਾ ਇੱਕ ਪੱਥਰ ਦੇ ਵਿੱਚ। ਪੱਥਰ ਨੂੰ ਕੋਈ ਤੋੜੇ ਜਾ ਕੇ ਤਾਂ ਕਿਤੇ ਪਤਾ ਲੱਗਦਾ ਵੀ ਇਹਦੇ ਵਿੱਚ ਕੀੜੇ ਵੀ ਬੈਠੇ ਆ। ਜਿਹਨੂੰ ਬਾਹਰ ਨਿਕਲਣ ਦਾ ਰਸਤਾ ਨਹੀਂ, ਜਿਹਦੇ ਕੋਲ ਕੋਈ ਜਾਣ ਦਾ ਰਸਤਾ ਨਹੀਂ, ਉਹਦੀ ਪ੍ਰਤਪਾਲਣਾ ਕੌਣ ਕਰ ਰਿਹਾ? ਤੇ ਜੇ ਉਸ ਪੱਥਰ ਦੇ ਵਿੱਚ ਗੁਪਤ ਬੈਠੇ ਹੋਏ ਕੀੜੇ ਦੀ ਪ੍ਰਤਪਾਲਣਾ ਭਗਤ ਧੰਨਾ ਜੀ ਕਹਿੰਦੇ ਪਰਮਾਤਮਾ ਕਰ ਰਿਹਾ, ਫਿਰ ਕਹੇ ਧੰਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਹੀ ਮਨਾ, ਤੂੰ ਕਿਉਂ ਡਰਦਾ ਵੀ ਤੇਰਾ ਕੀ ਹੋਏਗਾ? ਜਿਹਦੇ ਕੋਲੇ ਦੁੱਧ ਦੇਣ ਵਾਸਤੇ ਨਹੀਂ ਆ ਬੱਚਿਆਂ ਨੂੰ, ਖੰਭ ਨਹੀਂ ਆ ਉੱਡ ਕੇ, ਜਿਵੇਂ ਉੱਡੈ ਉੱਡ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਕੂੰਜ ਵੀ ਦੂਰੋਂ ਉੱਡ ਕੇ ਆਪਣੇ ਬੱਚਿਆਂ ਲਈ ਚੋਗੇ ਦਾ ਪ੍ਰਬੰਧ ਕਰ ਲੈਂਦੀ ਆ। ਜਿਹਦੇ ਕੋਲੇ ਦੋਵੇਂ ਹੀ ਗੱਲਾਂ ਨਾ ਹੋਣ, ਉਹਦੇ ਬੱਚਿਆਂ ਦੀ ਪ੍ਰਤਪਾਲਣਾ ਵੀ ਪਰਮਾਤਮਾ ਕਰ ਰਿਹਾ। ਮਹਾਰਾਜ ਕਹਿੰਦੇ ਉਹਤੇ ਭਰੋਸਾ ਤਾਂ ਬਣਾ ਕੇ ਰੱਖ, ਅਕਾਲ ਪੁਰਖ ਤੇ ਵਿਸ਼ਵਾਸ ਤਾਂ ਬਣਾ ਕੇ ਰੱਖ। ਦੀਨ ਦੁਨੀਆ ਤੇਰੀ ਟੇਕ, ਸਭ ਮੈਂ ਰਵਿਆ ਸਾਹਿਬ ਵੇ ਏਕ, ਜਿਹਨੇ ਇਹ ਸਾਰੇ ਸੰਸਾਰ ਨੂੰ ਬਣਾਇਆ ਤੇ ਸਾਰਿਆਂ ਵਿੱਚ ਰਵਿਆ ਬੈਠਾ ਹੈ, ਉਹਦੇ ਤੇ ਟੇਕ ਰੱਖ। ਤੇ ਇਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ, ਜਿਸ ਤੂੰ ਆਵੇ ਚਿਤ ਤਿਸ ਨੂੰ ਸਦਾ ਸੁਖ, ਜਿਸ ਤੂੰ ਆਵੇ ਚਿਤ ਤਿਸ ਜਮ ਨਾਹੇ ਦੁਖ, ਜਿਸ ਤੂੰ ਆਵੇ ਚਿਤ ਤਿਸ। ਮਹਾਰਾਜ ਸਾਹਿਬ ਕਹਿੰਦੇ ਆ ਕਿ ਕਾੜਿਆ ਜਿਸ ਦਾ ਕਰਦਾ ਮਿੱਤਰ ਸਭ ਕਾਜ ਸਵਾਰਿਆ, ਜਿਹਨੇ ਆਪਣੇ ਚਿੱਤ ਵਿੱਚ ਪਰਮਾਤਮਾ ਨੂੰ ਬਿਠਾ ਲਿਆ, ਉਹਨਾਂ ਦੇ ਸਾਰੇ ਕਾਰਜ ਉਹ ਪਰਮਾਤਮਾ ਸਵਾਰਦਾ। ਜਿਨ੍ਹਾਂ ਨੇ ਆਪਣੇ ਚਿੱਤ ਵਿੱਚ ਮਾਇਆ ਨੂੰ ਬਿਠਾ ਲਿਆ, ਤਾਂ ਗਰੀਬ ਨਵਾਜ਼ ਸਤਿਗੁਰੂ ਪਾਤਸ਼ਾਹ ਕਹਿੰਦੇ ਆ ਫਿਰ ਮਾਇਆ ਆਪ ਡੋਲਦੀ ਹੈ, ਤੇ ਜਿਹੜਾ ਉਹਦੇ ਨਾਲ ਚਿੱਤ ਜੋੜ ਕੇ ਬੈਠ ਜਾਏ ਉਹਨੂੰ ਵੀ ਡਲਾ ਦਿੰਦੀ ਆ। ਭਰੋਸਾ ਇੰਨਾ ਰੱਖ ਉਸ ਪਰਮਾਤਮਾ ਤੇ, ਜਿਵੇਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਭਰੋਸਾ ਹੈ। ਮਹਾਰਾਜ ਨੇ ਸਾਡੇ ਸਾਹਮਣੇ ਜੀਵਨ ਜਿਉਂ ਕੇ ਦਿਖਾਇਆ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਸੀਤਲਾ ਨਿਕਲ ਆਈ, ਬੜਿਆਂ ਨੇ ਕਿਹਾ ਜੀ ਸੀਤਲ ਮਾਤਾ ਦੀ ਪੂਜਾ ਕਰਾ ਲਓ, ਤੁਸੀਂ ਆਹ ਉਪਾਅ ਕਰ ਲਓ, ਤੁਸੀਂ ਉਹ ਉਪਾਅ ਕਰ ਲਓ। ਮਹਾਰਾਜ ਕਹਿੰਦੇ ਨਹੀਂ, ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਆ। ਸਰੰਦਾ ਲਿਆ, ਪਰਮਾਤਮਾ ਦੀ ਸਿਫਤ ਵਿੱਚ ਸ਼ਬਦ ਉਚਾਰੇ, ਪਰਮਾਤਮਾ ਦੀਆਂ ਬਾਤਾਂ ਪਾਈਆਂ, ਅਕਾਲ ਪੁਰਖ ਅੱਗੇ ਅਰਦਾਸ ਕੀਤੀ, ਸੀਤਲਾ ਤੇ ਰੱਖਿਆ ਬਿਹਾਰੀ, ਪਾਰ ਬ੍ਰਹਮ ਸਾ ਕਿਰਪਾ ਧਾਰੀ। ਉਹਨੇ ਸੀਤਲਾ ਤੋਂ ਵੀ ਮੇਰੇ ਬੱਚੇ ਨੂੰ ਬਚਾ ਲਿਆ। ਕੋਈ ਕਹਿ ਰਿਹਾ ਪਾਤਸ਼ਾਹ ਸੁਲਹੀ ਖਾਂ ਸੁਲੱਭੀ ਖਾਂ ਚੜ੍ਹ ਕੇ ਆ ਰਿਹਾ, ਕੋਈ ਉਪਾਅ ਕੁਛ ਕਰੋ। ਕਹਿੰਦੇ ਨਹੀਂ, ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ। ਫਿਰ ਸਰੰਦਾ ਸਾਹਮਣੇ ਅਗਲੇ ਘਾਤਕ ਹਥਿਆਰ ਲੈ ਕੇ ਆ ਰਹੇ ਆ। ਗੁਰੂ ਅਰਜਨ ਦੇਵ ਪਾਤਸ਼ਾਹ ਸਰੰਦਾ ਚੱਕ ਕੇ ਪਰਮਾਤਮਾ ਦਾ ਗਾਇਨ ਕਰ ਰਹੇ ਆ, ਤੇ ਉਹ ਰਸਤੇ ਵਿੱਚ ਹੀ ਰਹਿ ਗਏ ਦੋਨੇ। ਪਰਮਾਤਮਾ ਤੇ ਜਿਹੜਾ ਟੇਕ ਰੱਖਦਾ, ਇੰਨੀ ਬਖਸ਼ਿਸ਼, ਕਿਉਂਕਿ ਚਿੱਤ ਵਿੱਚ ਪਰਮਾਤਮਾ ਵਸਿਆ। ਬਾਬੇ ਪਿਰਥੀ ਚੰਦ ਦਾ ਕਦੇ ਤੁਸੀਂ ਵੇਖਿਆ ਕਿਸੇ ਗੁਰੂ ਘਰ 'ਚ ਜਨਮ ਦਿਨ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੋਵੇ? ਛੋਟੇ ਤੋਂ ਛੋਟੇ, ਕਿਸੇ ਵੱਡੇ ਤੋਂ ਵੱਡੇ, ਦੇਸ਼ ਵਿਦੇਸ਼ ਜਿੱਥੇ ਕਿਤੇ ਵੀ ਤੁਹਾਡੀ ਪਹੁੰਚ ਹੈ, ਪਤਾ ਕਰਿਓ ਕਿਸੇ ਨੇ ਬਾਬੇ ਪਿਰਥੀ ਚੰਦ ਦਾ ਪ੍ਰਕਾਸ਼ ਪੁਰਬ ਮਨਾਇਆ ਹੋਵੇ। ਕਿਉਂ ਮਨਾਉਣਗੇ? ਕਿਉਂਕਿ ਮਾਇਆ ਚਿੱਤ ਵਿੱਚ ਵਸੀ ਹੋਈ ਆ। ਪਾਪ ਨਾਲ ਮਾਇਆ ਇਕੱਠੀ ਕੀਤੀ, ਉਸ ਮਾਇਆ ਨਾਲ ਪਾਪ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਜੀਵਨ ਨੂੰ ਖਤਮ ਕਰਨ ਲਈ ਉਹ ਮਾਇਆ ਖਰਚ ਰਿਹਾ ਸਾਰੀ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਜਦੋਂ ਪ੍ਰਕਾਸ਼ ਪੁਰਬ ਸ਼ਹੀਦੀ ਜੋੜ ਮੇਲੇ ਆਉਂਦਾ, ਪੂਰੇ ਸੰਸਾਰ ਵਿੱਚ ਸਿੱਖ, ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ, ਉਹ ਮਨਾਉਂਦਾ। ਕਿਉਂ? ਕਿਉਂਕਿ ਚਿੱਤ ਵਿੱਚ ਪਾਰ ਬ੍ਰਹਮ ਪਰਮਾਤਮਾ ਵਸਿਆ ਹੋਇਆ। ਅੱਜ ਵੀ ਜਿਹਦੇ ਚਿੱਤ ਵਿੱਚ ਪਰਮਾਤਮਾ ਹੋਏਗਾ, ਸਤਿਗੁਰੂ ਪਾਤਸ਼ਾਹ ਕਹਿੰਦੇ ਉਹਨਾਂ ਦੇ ਐਵੇਂ ਬਖਸ਼ਿਸ਼ਾਂ ਵਰਤਣਗੀਆਂ, ਜਿਹੜੇ ਮਾਇਆ ਦੇ ਲਈ ਗੁਰੂ ਪਰਮਾਤਮਾ ਨੂੰ ਛੱਡ ਕੇ, ਪਰਮਾਤਮਾ ਅਕਾਲ ਪੁਰਖ ਦਾ ਪੱਲਾ ਛੱਡ ਕੇ ਮਾਇਆ ਇਕੱਠੀ ਕਰਨ ਵਾਸਤੇ ਦਰ ਦਰ ਤੇ ਜਾ ਕੇ ਮੱਥੇ ਟੇਕਣਗੇ, ਦਰ ਦਰ ਤੇ ਜਾ ਕੇ ਝੋਲੀਆਂ ਅੱਡਣਗੇ, ਦਰ ਦਰ ਕੇ ਜਾ ਕੇ ਸੁਖ ਕੈ ਹੇਤ ਬਹੁਤ ਦੁਖ ਪਾਵਤ, ਸੇਵ ਕਰਤ ਜਨ ਜਨ ਕੀ।
ਥੋੜ੍ਹੇ ਜੇ ਸਮੇਂ ਲਈ ਸੁੱਖ ਲੈਣ ਵਾਸਤੇ ਆਪਣੇ ਗੁਰੂ ਨੂੰ ਛੱਡ ਕੇ ਕਦੇ ਕਿਸੇ ਦੀ ਸੇਵਾ ਵਿੱਚ ਜੁੜਦਾ, ਕਦੇ ਕਿਸੇ ਦਾ ਨਾਮ ਜਪਦਾ, ਕਦੇ ਕਿਸੇ ਅੱਗੇ ਝੋਲੀ ਅੜਦਾ। ਪਾਤਸ਼ਾਹ ਕਹਿੰਦੇ ਦੁਆਰ ਹੈ ਦੁਆਰ ਸਵਾਨ ਜਿਉ ਡੋਲਤ ਨਹਿ ਸੁਧ ਰਾਮ ਭਜਨ ਕੀ। ਉਹਦੀ ਹਾਲਤ ਤਾਂ ਉਸ ਕੁੱਤੇ ਵਰਗੀ ਹੈ ਜਿਹੜਾ ਦੁਆਰ ਦਰ ਦਰ ਤੇ ਜਾ ਕੇ ਠੋਕਰਾਂ ਖਾ ਰਿਹਾ। ਐਵੇਂ ਵੀ ਹੋ ਸਕਦਾ ਜੇ ਮਾਇਆ ਪਿੱਛੇ ਚੱਲਣ ਵਾਲੇ ਦੇ ਨਾਲ ਪਾਤਸ਼ਾਹ ਨੇ ਕੁੱਤੇ ਦੀ ਉਦਾਹਰਨ ਦੇ ਕੇ ਉਹਦੀ ਤੁਲਨਾ ਦਿੱਤੀ ਆ। ਤੇ ਇੱਕ ਭਜਨ ਕਰਨ ਵਾਲੇ ਵਾਸਤੇ ਵੀ ਕਹਿ ਦਿੱਤਾ, ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ। ਸਵਾਨ ਕੁੱਤੇ ਨੂੰ ਕਹਿੰਦੇ ਆ। ਜੇ ਮਾਲਕ ਕੁੱਤੇ ਨੂੰ ਮਾਰ ਵੀ ਦੇ, ਕੌੜਾ ਬੋਲ ਦੇ, ਉਹਨੂੰ ਝਿੜਕ ਦੇ, ਡਾਂਟ ਪਾ ਦੇ, ਤੇ ਉਹ ਕੁਝ ਸਮਾਂ ਦੂਰ ਬੈਠ ਕੇ ਇੰਤਜ਼ਾਰ ਕਰਦਾ ਵੀ ਮਾਲਕ ਕਦੋਂ ਖੁਸ਼ ਹੋਵੇ, ਮੈਂ ਫਿਰ ਉਹਦੇ ਕੋਲ ਜਾਵਾਂ। ਉਹ ਕਾਹਲ ਨਹੀਂ ਕਰਦਾ, ਮਾਲਕ ਦਾ ਦਰ ਨਹੀਂ ਛੱਡ ਕੇ ਭਜਦਾ। ਪਾਤਸ਼ਾਹ ਕਹਿੰਦੇ ਪਰਮਾਤਮਾ ਦੀਆਂ ਬਖਸ਼ਿਸ਼ਾਂ ਚਾਹੁੰਦਾ ਨਾ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਜਿਵੇਂ ਕੁੱਤਾ ਮਾਲਕ ਨਾਲ ਵਫਾਦਾਰੀ ਕਰਦਾ ਹੈ, ਆਪਣੇ ਮਾਲਕ ਦਾ ਦਰ ਛੱਡ ਕੇ ਨਹੀਂ ਭਜਦਾ, ਤੂੰ ਵੀ ਇੱਕ ਮਨ ਇੱਕ ਚਿੱਤ ਹੋ ਕੇ ਧੰਨ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖ ਕੇ ਬੈਠ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨਾਲ ਆਪਣੀ ਜ਼ਿੰਦਗੀ ਦਾ ਵਾਸਤਾ ਜੋੜ, ਤੇਰੇ ਘਰ ਵਿੱਚ ਵੀ ਉਸ ਪਰਮਾਤਮਾ ਦੀਆਂ ਰਹਿਮਤਾਂ ਵਰਤ ਜਾਣਗੀਆਂ। ਯਾਦ ਰੱਖਿਓ, ਜਿਨ੍ਹਾਂ ਦੇ ਚਿੱਤ ਵਿੱਚ ਪਰਮਾਤਮਾ ਵਸ ਜਾਏ ਨਾ, ਮਾਇਆ ਨਿਕਲ ਜਾਏ। ਚਾਹੀਦਾ ਤਾਂ ਇਹ ਸੀ ਕਿ ਧਰਮ ਅੰਦਰ ਜਾਂਦਾ, ਮਾਇਆ ਬਾਹਰ ਰਹਿੰਦੀ, ਫਿਰ ਇਹ ਕੁਛ ਨਹੀਂ ਸੀ ਕਹਿੰਦੀ। ਪਰ ਹੋਇਆ ਕਿ ਇਹ ਮਾਇਆ ਅੰਦਰ ਚਲੀ ਗਈ, ਧਰਮ ਬਾਹਰ ਵਿਖਾਵਾ। ਧਰਮੀ ਲੋਕਾਂ ਨਾਲ ਬਹੁਤੀ ਵਾਰ ਐਵੇਂ ਹੋ ਰਿਹਾ। ਜਿਨ੍ਹਾਂ ਨੇ ਧਰਮ ਦੇ ਲਿਬਾਸ ਪਾਇਆ, ਧਰਮ ਦੀਆਂ ਗੱਲਾਂ ਕਰ ਰਿਹਾ, ਧਰਮ ਦੀ ਪਰਿਭਾਸ਼ਾ ਵਿਆਖਿਆ ਦੁਨੀਆ ਦੇ ਸਾਹਮਣੇ ਰੱਖ ਰਹੇ ਆ, ਜਿਹੜੇ ਕਹਿ ਰਿਹਾ ਮਾਇਆ ਨੂੰ ਹੱਥ ਨਹੀਂ ਲਾਉਣਾ, ਮਾਇਆ ਬੜੀ ਮਾੜੀ ਚੀਜ਼ ਹੈ, ਉਹ ਮਾਇਆ ਦੇ ਪਿੱਛੇ ਬੜਾ ਕੁਝ ਕਰ ਰਿਹਾ। ਅੱਜ ਉਹ ਜਦੋਂ ਉਹਨਾਂ 'ਚੋਂ ਕੋਈ ਚੜ੍ਹਾਈ ਕਰਦਾ ਨਾ, ਸਰੀਰ ਛੱਡਦਾ, ਉਹਨਾਂ ਦੇ ਲੋਕਰਾਂ ਦੇ ਲੋਕ ਨਹੀਂ ਪਤਾ ਲੱਗਦੇ, ਜਿਨ੍ਹਾਂ 'ਚ ਇੰਨਾ ਦੁਨੀਆ ਭਰ ਦਾ ਸੋਨਾ ਹੀਰੇ ਮੋਤੀ ਇਕੱਠੇ ਕਰਕੇ ਰੱਖੇ ਹੋਇਆ, ਜਿਹੜੇ ਕਹਿੰਦੇ ਸੀ ਮਾਇਆ ਨੂੰ ਹੱਥ ਨਹੀਂ ਲਾਉਣਾ। ਹਿਸਾਬ ਕਿਤਾਬ ਤੋਂ ਬਾਹਰ ਹੋ ਜਾਂਦੀ ਹੈ ਗਿਣਤੀ ਜਦੋਂ ਉਹਨਾਂ ਦੀਆਂ ਮਾਇਆ ਦੀਆਂ ਗਿਣਤੀਆਂ ਦੁਨੀਆ ਦੇ ਸਾਹਮਣੇ। ਤੇ ਹੈ ਧਰਮੀ ਲੋਕ ਨੇ, ਦੁਨੀਆ ਤੇ ਉਹ ਦੇਹਧਾਰੀ ਗੁਰੂ ਬਣ ਕੇ ਵਿਚਰ ਕੇ ਗਏ ਆ, ਆਪਣੇ ਆਪ ਨੂੰ ਰੱਬ ਦਾ ਦਰਜਾ ਦੇ ਕੇ ਗਏ ਆ ਲੋਕ। ਪਰ ਨਾਲ ਕੀ ਲੈ ਕੇ ਗਏ, ਇਹ ਤਾਂ ਸਤਿਗੁਰੂ ਪਾਤਸ਼ਾਹ ਜਾਣਦੇ ਆ। ਮਹਾਰਾਜ ਸਾਹਿਬ ਕਹਿੰਦੇ ਜਿਨ੍ਹਾਂ ਦੇ ਅੰਦਰ ਟਿਕਿਆ ਹੋਇਆ ਪਰਮਾਤਮਾ ਟਿਕ ਜਾਏ, ਜਿਨ੍ਹਾਂ ਦੇ ਅੰਦਰ ਪਰਮਾਤਮਾ ਵਸ ਜਾਏ, ਅਕਾਲ ਪੁਰਖ ਵਸ ਜਾਏ, ਟਿਕੇ ਹੋਏ ਵਿੱਚ ਟਿਕਣ ਨਾਲ ਫਿਰ ਮਨ ਨਹੀਂ ਡੋਲਦਾ। ਜਿਹੜਾ ਆਪ ਟਿਕਿਆ ਹੋਇਆ, ਤੁਸੀਂ ਉਹਨੂੰ ਚਿੱਤ 'ਚ ਟਿਕਾ ਲਿਆ, ਤੁਸੀਂ ਵੀ ਟਿਕ ਜਾਓਗੇ। ਸਾਡਾ ਵੀ ਚਿੱਤ ਜਿਹੜਾ ਵਾਰ-ਵਾਰ ਡੋਲਦਾ ਨਾ, ਕਿਸੇ ਨੇ, ਕਿਉਂਕਿ ਜਦੋਂ ਅਸੀਂ ਗੁਰੂ ਨਾਲੋਂ ਦੂਰ ਰਵਾਂਗੇ ਨਾ, ਸਾਡਾ ਰਿਮੋਟ ਕੰਟਰੋਲ ਦੁਨੀਆ ਦੇ ਹੱਥ ਵਿੱਚ ਹੋਏਗਾ। ਕੋਈ ਆਏਗਾ ਸਾਨੂੰ ਹਸਾ ਜਾਏਗਾ, ਕੋਈ ਆਏਗਾ ਸਾਨੂੰ ਰਵਾ ਜਾਏਗਾ, ਕੋਈ ਆਏਗਾ ਸਾਨੂੰ ਡਰਾ ਜਾਏਗਾ, ਕੋਈ ਆਏਗਾ ਸਾਨੂੰ ਧਮਕਾ ਜਾਏਗਾ, ਪਰ ਕੋਈ ਵਿਰਲਾ ਹੀ ਆਏਗਾ ਜਿਹੜਾ ਰੱਬ ਦੀ ਗੱਲ ਸਮਝਾ ਜਾਏਗਾ। ਜਦੋਂ ਤੱਕ ਅਸੀਂ ਗੁਰੂ ਤੋਂ ਦੂਰ ਰਵਾਂਗੇ, ਇਹ ਸੰਸਾਰ ਦੇ ਲੋਕਾਂ ਨੇ ਤਾਂ ਹੀ ਤਾਂ ਮਨ ਸਾਡਾ, ਕੋਈ ਚੰਗੀ ਗੱਲ ਸੁਣਨ ਨੂੰ ਮਿਲੇ ਖੁਸ਼ ਹੋ ਜਾਂਦਾ ਹੈ, ਕੋਈ ਮਾੜੀ ਗੱਲ ਸੁਣਨ ਨੂੰ ਮਿਲੇ ਇਹ ਨਿਰਾਸ਼ ਹੋ ਜਾਂਦਾ। ਸਥਿਰਤਾ ਨਹੀਂ ਨਾ ਹੈ। ਕਬੂ ਜੀੜਾ ਊਬ ਚੜ੍ਹਦਾ ਹੈ, ਕਬੂ ਜਾਏ ਪਿਆ, ਕਦੇ ਤਾਂ ਉਹੀ 10ਵੇਂ ਆਕਾਸ਼ ਤੇ ਚਲਿਆ ਜਾਂਦਾ, ਕਦੇ ਉਹੀ 7ਵੇਂ ਪਤਾਲ ਚਲਿਆ ਜਾਂਦਾ ਹੈ। ਕਿਉਂਕਿ ਇਸ ਮਨ ਦੀ ਸਥਿਰਤਾ, ਅਡੋਲਤਾ ਨਹੀਂ। ਅਡੋਲਤਾ ਤਾਂ ਬਣੇਗੀ ਜੇ ਅਡੋਲਤਾ ਪਰਮਾਤਮਾ ਅਡੋਲ ਨਾਲ ਜੁੜੇਗਾ। ਮਹਾਰਾਜ ਸਾਹਿਬ ਕਹਿੰਦੇ ਫਿਰ ਜਦੋਂ ਉਸ ਟਿਕੇ ਹੋਏ ਨਾਲ ਇਹ ਜੁੜ ਗਿਆ, ਉਹ ਟਿਕਿਆ ਹੋਇਆ ਇਹਦੇ ਅੰਦਰ ਟਿਕ ਗਿਆ, ਫਿਰ ਇਹਦੇ ਬਚਨ ਨਹੀਂ ਡੋਲਦੇ, ਫਿਰ ਇਹਦੀ ਨਜ਼ਰ ਨਹੀਂ ਡੋਲਦੀ, ਨਾ ਹੀ ਮਨੁੱਖ ਮਾਇਆ ਵਿੱਚ ਡੋਲਦਾ, ਨਾ ਕਿਸੇ ਡਰ ਜਾਂ ਲਾਲਚ ਵਿੱਚ ਇਹ ਰੱਬ ਦਾ ਬੰਦਾ ਡੋਲਦਾ। ਉਸ ਦਾ ਚਿੱਤ ਤਾਂ ਹਮੇਸ਼ਾ ਪਾਰ ਬ੍ਰਹਮ ਪਰਮੇਸ਼ਰ ਵਿੱਚ ਟਿਕਿਆ ਰਹਿੰਦਾ। ਜਿਹਨੂੰ ਕਬੀਰ ਸਾਹਿਬ ਨੇ ਕਿਹਾ ਮਨ ਨਾ ਡਿਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਫਿਰ ਉਹ ਮਨ ਨੂੰ ਕੋਈ ਕਿਵੇਂ ਡਲਾ ਲਏਗਾ ਜਿਹਦਾ ਮਨ ਪਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਹੋਵੇ। ਅਸੀਂ ਤਾਂ ਨਿੱਕੀ ਜੀ ਗੱਲ ਤੋਂ ਹੱਸ ਪੈਂਦੇ ਹਾਂ, ਨਿੱਕੀ ਜੀ ਗੱਲ ਤੋਂ ਰੋ ਪੈਂਦੇ ਹਾਂ। ਜਿਨ੍ਹਾਂ ਦਾ ਚਿੱਤ ਪਰਮਾਤਮਾ ਨਾਲ ਜੁੜਿਆ ਨਾ, ਉਹਨਾਂ ਦੇ ਬੰਦ ਕੱਟੇ ਗਏ ਰੋਏ ਨਹੀਂ। ਉਹਨਾਂ ਦੇ ਖੋਪਰ ਲੈ ਕੇ, ਬਲਕਿ 21 ਦਿਨ ਖੋਪਰ ਲਹਾ ਕੇ ਵੀ ਬੈਠਣਾ ਪਿਆ, ਮੌਤ ਦਾ ਇੰਤਜ਼ਾਰ ਕਰਨਾ ਪਿਆ, ਰੋਏ ਨਹੀਂ। ਜਿਨ੍ਹਾਂ ਦਾ ਚਿੱਤ ਪਾਰ ਬ੍ਰਹਮ ਪਰਮੇਸ਼ਰ ਨਾਲ ਜੁੜ ਗਿਆ, ਮਹਾਰਾਜ ਸਾਹਿਬ ਕਹਿੰਦੇ ਉਹਨਾਂ ਦੇ ਭਾਵੇਂ ਚਰਖੜੀਆਂ ਤੇ ਚੜ੍ਹਨਾ ਪਿਆ, ਭਾਵੇਂ ਜਿਉਂਦੇ ਜੀ ਧਰਤੀ ਵਿੱਚ ਉਹਨਾਂ ਨੂੰ ਗੱਡਿਆ ਗਿਆ, ਭਾਵੇਂ ਉਹਨਾਂ ਦੀਆਂ ਕਦੇ ਅੱਖਾਂ ਕੱਢੀਆਂ, ਕਦੇ ਪਹਿਲਾਂ ਸੱਜੀ ਬਾਹ ਨੂੰ ਵੱਢਿਆ, ਫਿਰ ਖੱਬੀ ਬਾਹ ਨੂੰ ਵੱਢਿਆ, ਪਹਿਲਾਂ ਖੱਬੀ ਲੱਤ ਨੂੰ ਵੱਢਿਆ, ਫਿਰ ਸੱਜੀ ਲੱਤ ਨੂੰ ਵੱਢਿਆ। ਇੱਥੇ ਹੀ ਵਸ ਨਹੀਂ ਪਾਉਣੇ 4 ਸਾਲ ਦੇ ਬੱਚੇ ਦਾ ਦਿਲ ਕੱਢ ਕੇ ਮੂੰਹ 'ਚ ਪਾ ਦਿੱਤਾ, ਫਿਰ ਵੀ ਨਹੀਂ ਰੋਏ। ਚਿੱਤ ਪਰਮਾਤਮਾ ਨਾਲ ਜੁੜਿਆ ਹੋਇਆ।
ਜਿਹਦੇ ਚਿੱਤ ਵਿੱਚ ਮਾਇਆ ਵਸੀ ਹੋਏਗੀ ਉਹ ਰੋਏਗਾ। ਉਹ ਮਾੜੀ ਜੀ ਗੱਲ ਤੋਂ ਹੱਸ ਵੀ ਪਏਗਾ, ਮਾੜੀ ਜੀ ਗੱਲ ਤੋਂ ਰੋ ਵੀ ਪਏਗਾ। ਉਹਨੂੰ ਆਨੰਦ ਆਉਂਦਾ ਵੀ ਛੇਤੀ ਹੈ, ਚੱਲਿਆ ਵੀ ਬੜੀ ਛੇਤੀ ਜਾਂਦਾ ਹੈ। ਪਰ ਸਤਿਗੁਰੂ ਪਾਤਸ਼ਾਹ ਇੱਥੇ ਸਦੀਵ ਕਾਲ ਦੀਆਂ ਬਾਤਾਂ ਪਾਉਂਦੇ ਆ। ਜੇ ਸੁੱਖ ਦਿੰਦੇ ਆ ਉਹ ਵੀ ਸਦੀਵ ਕਾਲ ਵਾਲਾ। ਮੈਂ ਅੱਗੇ ਇੱਕ ਦਿਨ ਸ਼ਾਇਦ ਬੇਨਤੀ ਕਰੀ ਸੀ, ਸਾਡੇ ਘਰਾਂ ਦੇ ਵਿੱਚ ਜਿਹੜੀਆਂ ਪੌੜੀਆਂ ਨੇ ਨਾ, ਇਹ ਦਵੱਲੀਆਂ ਨੇ। ਇਹ ਬੰਦੇ ਨੂੰ ਉੱਪਰ ਚੜ੍ਹਾ ਵੀ ਲੈਂਦੀਆਂ ਤੇ ਥੱਲੇ ਲਾ ਵੀ ਲੈਂਦੀਆਂ। ਜਿਹੜਾ ਥੱਲੇ ਖੜਾ ਹੋਵੇ ਉਹਨੂੰ ਉੱਪਰ ਲੈ ਜਾਂਦੀ ਆ, ਤੇ ਜਿਹੜਾ ਉੱਪਰੋਂ ਥੱਲੇ ਆਉਣਾ ਚਾਹੁੰਦਾ ਹੋਵੇ ਇਹ ਪੌੜੀ ਉਹਨੂੰ ਥੱਲੇ ਵੀ ਲੈ ਆਉਂਦੀ ਹੈ। ਲੇਕਿਨ ਜਪਜੀ ਸਾਹਿਬ ਦੀਆਂ ਪੌੜੀਆਂ ਐਵੇਂ ਨਹੀਂ ਕਰਦੀਆਂ। ਜਪਜੀ ਸਾਹਿਬ ਦੀਆਂ ਪੌੜੀਆਂ ਜੇ ਕੋਈ ਸੁਰਤ ਕਰਕੇ ਚੜ੍ਹਨ ਲੱਗ ਪਵੇ, ਇਹ ਪੌੜੀਆਂ ਕੋਈ ਚੜ੍ਹਦਾ ਜਾਵੇ, ਇਹ ਪੌੜੀਆਂ ਸੱਚਖੰਡ ਪਰਮਾਤਮਾ ਦੇ ਘਰ ਤੱਕ ਲੈ ਜਾਂਦੀਆਂ। ਇਹ ਪੌੜੀਆਂ ਉੱਥੇ ਲਿਜਾਂਦੀਆਂ ਨੇ, ਪਰਤ ਕੇ ਚੜ੍ਹੇ ਹੋਏ ਨੂੰ ਥੱਲੇ ਨਹੀਂ ਲੈ ਕੇ ਆਉਂਦੀਆਂ। ਮਹਾਰਾਜ ਸਾਹਿਬ ਕਹਿੰਦੇ ਇਹ ਪੌੜੀਆਂ ਚੜ੍ਹ। ਇੱਕ ਬਚਨ ਧੰਨ ਗੁਰੂ ਤੇਗ ਬਹਾਦਰ, ਅੱਜ ਗੱਲ ਮਾਇਆ ਦੀ ਚੱਲ ਪਈ, ਕਿਉਂਕਿ ਮਾਇਆ ਕਰਕੇ ਬੰਦਾ ਡੋਲਦਾ ਔਰ ਦਿਨ ਰਾਤ ਡੋਲਦਾ ਹੈ। ਅੱਜ ਜਿੰਨੀ ਭਟਕਣਾ, ਜਿੰਨੀ ਅਡੋਲਤ ਹੈ, ਜਿੰਨਾ ਬੇਵਿਸ਼ਵਾਸੀ ਹੈ, ਜਿੰਨੀ ਬੇਭਰੋਸਗੀ ਹੈ, ਜਿੰਨੀ ਬੇਈਮਾਨੀ ਹੈ, ਉਹ ਸਾਰੀ ਉਹਦਾ ਕਾਰਨ ਮਾਇਆ ਹੀ ਹੈ। ਕਾਰਨ ਵਿੱਚੋਂ ਕਾਰਜ ਲੱਭਦਾ। ਜਿਵੇਂ ਘੜਾ ਕਾਰਜ ਹੈ, ਘੜੇ ਦਾ ਕਾਰਜ ਕੀ ਹੈ? ਮਿੱਟੀ। ਘੜਾ ਕਾਰਜ ਹੈ, ਉਹਦੇ ਕਾਰਨ ਕੀ ਹੈ? ਉਹਦਾ ਮਿੱਟੀ। ਹੁਣ ਘੜੇ ਚੋਂ ਮਿੱਟੀ ਕੱਢ ਦਿਓ, ਖਤਮ। ਪਾਤਸ਼ਾਹ ਕਹਿੰਦੇ ਅੱਜ ਤੇਰੇ ਇੰਨੇ ਦੁੱਖਾਂ ਸੁੱਖਾਂ, ਨਿੱਕੀ ਨਿੱਕੀ ਗੱਲ ਤੇ ਖੁਸ਼ੀ ਗਮੀ ਦਾ ਕਾਰਨ ਮਾਇਆ ਹੈ। ਜਦੋਂ ਮਾਇਆ ਦੀ ਪਕੜ ਹਿਰਦੇ ਵਿੱਚੋਂ ਕੱਢ ਦੇਵੇਗਾ, ਸਥਿਰਤਾ ਆ ਜਾਏਗੀ। ਇਹਦਾ ਕਾਰਨ ਇਹੀ ਹੈ। ਕਹਿੰਦੇ ਨੇ ਕੋਈ ਬਾਜ਼ਾਰ ਦੇ ਵਿੱਚ ਕੁਝ ਵੇਚ ਰਿਹਾ ਹੋਵੇ ਨਾ, ਕੋਈ ਕਹਿੰਦਾ ਜੀ ਗਾਜਰ ਲੈ ਲਓ, ਕੋਈ ਕਹਿੰਦਾ ਮੂਲੀ ਲੈ ਲਓ। ਉਹ ਕਹਿੰਦਾ ਜੇ ਸਬਜ਼ੀ ਬਣਾਉਣੀ ਆ, ਸਬਜ਼ੀ ਵੇਚਣ ਵਾਲਾ ਕਹਿੰਦਾ ਜੇ ਸਬਜ਼ੀ ਬਣਾਉਣੀ ਆ, ਮੈਂ ਸਬਜ਼ੀ ਲੈ ਕੇ ਆਇਆ, ਲੈ ਲਾ। ਇੱਕ ਚੱਕੀ ਚਲਾ ਕੇ ਆਟਾ ਪੀਸ ਕੇ ਬੈਠਾ ਹੋਇਆ, ਉਹ ਕਹਿੰਦਾ ਜੇ ਰੋਟੀ ਪਕਾਉਣੀ ਆ, ਮੇਰੇ ਤੋਂ ਆਟਾ ਲੈ ਲਾ। ਤੇਰੇ ਘਰ 'ਚ ਰੋਟੀ ਪੱਕ ਜਾਏਗੀ, ਤੇਰੇ ਘਰ ਸਬਜ਼ੀ ਬਣ ਜਾਏਗੀ। ਜੇ ਅਸੀਂ ਸਬਜ਼ੀ ਬਣਾਉਣੀ ਚਾਹੁੰਦੇ ਆ, ਸਾਨੂੰ ਘਰ ਵਿੱਚ ਸਬਜ਼ੀ ਲੈ ਕੇ ਆਉਣੀ ਪੈਂਦੀ ਆ। ਜੇ ਰੋਟੀ ਬਣਾਉਣੀ ਆ ਤਾਂ ਸਾਨੂੰ ਘਰ ਵਿੱਚ ਆਟਾ ਲੈ ਕੇ ਆਉਣਾ ਪੈਂਦਾ। ਜੇ ਸੁੱਖ ਚਾਹੁੰਦਾ ਤਾਂ ਹਿਰਦੇ ਵਿੱਚ ਪਰਮਾਤਮਾ ਦਾ ਸਿਮਰਨ ਲੈ ਕੇ ਆਉਣਾ ਪੈਂਦਾ ਹੈ। ਜੇ ਅਡੋਲਤਾ ਚਾਹੁੰਦਾ ਤਾਂ ਹਿਰਦੇ ਵਿੱਚ ਪਰਮਾਤਮਾ ਦਾ ਸਿਮਰਨ ਲੈ ਕੇ ਆਉਣਾ ਪੈਂਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਬਚਨ, ਸਾਧੋ ਇਹ ਜਗ ਭਰਮ ਭੁਲਾਨਾ, ਨਿਸ ਦਿਨ ਮਾਇਆ ਕਾਰਨੇ। ਸੰਸਾਰ ਭਰਮ ਵਿੱਚ ਮਹਾਰਾਜ ਕਹਿੰਦੇ ਬੰਦਾ ਆਮ ਤਾਂ ਕੋਈ ਭੁੱਲੇ, ਸਾਧੂ ਵੀ ਭੁੱਲ ਜਾਏ। ਇੱਕ ਆਮ ਬੰਦਾ ਤਾਂ ਰੱਬ ਨੂੰ ਭੁੱਲੇ, ਭਗਤ ਵੀ ਭੁੱਲ ਜਾਏ। ਇੱਕ ਸੰਸਾਰੀ ਬੰਦਾ ਰੱਬ ਨੂੰ ਭੁੱਲੇ ਤੇ ਧਰਮੀ ਵੀ ਭੁੱਲ ਜਾਏ। ਕੀ ਕਵਾਂ ਫਿਰ? ਸਾਧੋ ਇਹ ਜਗ ਭਰਮ ਭੁਲਾਨਾ। ਭਰਮ ਦੇ ਵਿੱਚ ਭੁੱਲਿਆ। ਭਰਮ ਦਾ ਮਤਲਬ ਕੀ ਹੁੰਦਾ? ਜਾਣਾ ਇਸ ਪਾਸੇ ਨੂੰ ਹੋਵੇ ਤੇ ਦੂਸਰੇ ਪਾਸੇ ਚਲਿਆ ਜਾਵੇ। ਜਿਹੜੀ ਚੀਜ਼ ਨੂੰ ਸੱਚ ਮੰਨੇ ਉਹ ਸੱਚ ਹੋਵੇ ਨਾ। ਜਿਹੜੀ ਚੀਜ਼ ਇਹਨੂੰ ਲੱਗੇ ਵੀ ਇਹ ਤੋਂ ਬੜਾ ਸੁੱਖ ਮਿਲੇਗਾ ਪਰ ਹੋਵੇ ਦੁੱਖਦਾਈ, ਭਰਮ ਐਵੇਂ ਕਰਦਾ ਹੈ। ਜਿਹੜੀ ਚੀਜ਼ ਨੂੰ ਇਨਸਾਨ ਸੁੱਖਦਾਇਕ ਸਮਝਦਾ ਉਹ ਸੁੱਖ ਦੇਣ ਵਾਲੀ ਹੁੰਦੀ ਨਹੀਂ, ਤੇ ਭੁਲੇਖੇ ਪੈ ਜਾਂਦੇ ਆ। ਤੇ ਉਹ ਭਰਮਾਂ ਦੇ ਕਰਕੇ ਇਨਸਾਨ ਬਹੁਤਾ ਸਮਾਂ, ਲੰਬਾ ਸਮਾਂ ਆਪਣੀ ਜ਼ਿੰਦਗੀ ਦਾ, ਅੱਜ ਕਲਯੁੱਗ ਦਾ ਸਮਾਂ ਮਸਾਂ ਹੀ ਜ਼ੋਰ ਲਾ ਕੇ, ਕੋਈ ਜਿਹੜੇ ਪੁਰਾਤਨ ਸਾਡੇ ਬਜ਼ੁਰਗ ਆ, ਕੋਈ 100 ਸਾਲ ਨੂੰ ਉਪੜਦਾ ਨਹੀਂ। ਅੱਜ ਉਮਰ 100 ਤੋਂ ਵੀ ਥੱਲੇ ਰਹਿ ਜਾਂਦੀ ਆ। ਕਿੰਨਾ ਛੋਟਾ ਸਮਾਂ ਸਾਡੇ ਕੋਲ, ਸਫ਼ਰ ਬਹੁਤ ਜ਼ਿਆਦਾ ਹੁੰਦਾ ਹੈ ਤੇ ਕਾਰਜ ਸਾਡਾ ਬੜਾ ਅਹਿਮ ਹੁੰਦਾ ਹੈ। ਤੇ ਜੇ ਭਰਮ ਦੇ ਵਿੱਚ ਬੰਦਾ ਪੈ ਜਾਏ, ਕੀਮਤੀ ਸਮਾਂ ਗਵਾ ਜਾਂਦਾ, ਮੰਜ਼ਿਲ ਨਹੀਂ ਮਿਲਦੀ। ਤੇ ਹੁਣ ਜੇ ਸਮਾਂ ਕਿਸੇ ਦਾ ਬਰਬਾਦ ਹੋ ਜਾਏ, ਕਿਸੇ ਮੰਜ਼ਿਲ ਤੇ ਟਾਈਮ ਨਾਲ ਪਹੁੰਚਣਾ ਹੋਵੇ, ਕਿੰਨਾ ਦੁੱਖ ਲੱਗਦਾ ਹੈ। ਤੇ ਅੱਜ ਮਨੁੱਖਾ ਜਨਮ ਲੈ ਕੇ ਆਇਆ, ਮੰਜ਼ਿਲ ਸਾਡੀ ਪਰਮਾਤਮਾ। ਪਰਮਾਤਮਾ ਤੱਕ ਪਹੁੰਚਣਾ ਜੇ ਸਮੇਂ ਰਹਿੰਦੇ ਤੱਕ ਨਾ ਪਹੁੰਚੇ, ਮੰਜ਼ਿਲ ਤੋਂ ਪਹਿਲਾਂ ਮੌਤ ਆ ਗਈ, ਫਿਰ ਰੱਬ ਤੱਕ ਪਹੁੰਚਣ ਤੋਂ ਪਹਿਲਾਂ ਜਮਦੂਤ ਆ ਕੇ ਖੜ ਗਏ, ਫਿਰ ਕੀ ਕਰਾਂਗੇ? ਇਸ ਲਈ ਮਹਾਰਾਜ ਸਾਹਿਬ ਕਹਿੰਦੇ ਅੱਜ ਤੇਰੇ ਕੋਲੇ ਸਮਾਂ, ਤੇ ਮੈਂ ਇਉਂ ਲੱਗ ਰਿਹਾ ਅੰਦਰੋਂ ਜਿਹੜੇ ਦੁੱਖ ਆਉਂਦੇ ਆ ਨਾ, ਇਹ ਤਾਂ ਅਸਲ ਵਿੱਚ ਦੁੱਖ ਸਾਨੂੰ ਰੱਬ ਦਾ ਚੇਤਾ ਕਰਾਉਣ ਵਾਸਤੇ ਆਉਂਦੇ ਆ। ਪਰਮਾਤਮਾ ਭੇਜਦਾ ਵੀ ਦੁੱਖ ਇਸੇ ਕਰਕੇ ਵੀ ਤੈਨੂੰ ਮੈਂ ਵੀ ਯਾਦ ਰਵਾਂ। ਸੁੱਖਾਂ ਵਿੱਚ ਹੀ ਭੁੱਲਦਾ ਨਾ ਇਨਸਾਨ। ਬਹੁਤ ਥੋੜੇ ਜਗਿਆਸੂ ਆ ਜਿਹੜੇ ਸੁੱਖ ਵਿੱਚ ਉਹਦਾ ਸ਼ੁਕਰਾਨਾ ਕਰਦੇ ਆ, ਜਿਹੜੇ ਸਾਰੀਆਂ ਦਾਤਾਂ ਕਹਿੰਦੇ ਆ ਰੱਬਾ ਤੂੰ ਸਾਨੂੰ ਦਿੱਤੀਆਂ, ਤੇ ਜਿਹੇ ਪ੍ਰਸਾਦ ਕਰੇ ਪੁੰਨ ਬੋ ਦਾਨ, ਫਿਰ ਉਹ ਦਾਨ ਪੁੰਨ ਵੀ ਕਰਦੇ ਆ, ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਦੇ। ਕੋਈ ਬਹੁਤ ਥੋੜੇ ਆ ਲੋਕ। ਇੱਥੇ ਮਾਇਆ ਵਾਲਿਆਂ ਦੀ ਕਮੀ ਨਹੀਂ,
पर माया हासिल करके माया देण वाले नाल जुड़े रहना उन्हां दी कमी है, वो थोड़े आ हैन विरले ना ही कणे। कोटन मैं को विरला सेवक नारायण जे चीत, करोड़ां विचों कोई विरला जिहदे चित्त विच नारायण वसिया होवे। नहीं, माया ही वसी हुई है सारिਆਂ ਦੇ। माया दे विच ही इंसान तुरिया फिरदा है, माया दे विच ही इंसान उलझिया होया। तां धन गुरु तेग बहादुर साहब कहंदे आ, साधो यह जग भरम भुलाना, ये संसार भुलिया पिया, ये संसार इन्हां भरमां विच बह के रब नूं भुल गया। दुखां दियां लाल लाइटां भी अंदरों जगदियां ने। लाल लाइट सानूं रोकण लई एहसास कराउंदी है। रैड लाइट जदों आउंदी है ना, वो सुनेहा दिंदी है भी हुण रुक के इत्थे कानून का पालन कर, जो तेरा कानून नियम कहता उन्होंने ओहदा पालन कर, उन्होंने ध्यान। पर जे कोई लाल लाइट देख के भी टप जाए, अज इवें भी हो जाता ना, बंदे लाल लाइट में भी टप्पी जा रहे हैं। महाराज कहते दुखों दियां लाल लाइटां तां बड़ियां जगियां ने, भी तैनूं इत्थे कुछ कुण चिंतन मंथन करें, सोचें भी ये लाल लाइट क्यों हुई, ये मैनूं की सुनेहा दे रही आ, मैनूं उस पासे तुरना चाहिए। पर तू लाल लाइट दुखों नूं वेख के भी माया दे विच इन्ना मस्त होया पिया, इउं लगदा जिवें धन गुरु तेग बहादुर साहब कह रहा, राम नाम का सिमरन छोड़िया माया हाथ बिकाना। परमात्मा दा सिमरन छड्ड दिता, माया दे हथ ये बंदा विक गया। किड्डी अजीब बात, उन्होंने ध्यान नाल सुनियो। निस दिन मायाकार ने, महाराज कहते आ बाजार विच गाजरां विकदियां, मूलियां विकदियां, गोभी विकदी आ, आलू विकदे आ, विकण वालियां चीज़ां विकदियां ने, लोग खरीददे आ। इत्थे पशु भी विकदे आ, लोग खरीददे आ। इत्थे कारां गड्डियां विकदियां ने, लोग खरीददे आ। इत्थे घर मकान जमीनां जायदादां विकदियां ने, विकण वालियां चीज़ां विकदियां ते लोग खरीददे आ। महाराज कहते जे बंदा ही विकण नूं आ जाए, फिर जे बंदा उस मंडी च खड़ा होवे कि मैनूं कोई खरीद ले, खरीदण वाले भी उत्थे आउंदे आ ते बंदा विक जांदा माया दे हथ लै। जिवें तुसीं बाहर जे तुहाडा कोई रिश्तेदार होवे ना, उहनूं पुछो भी घंटे दे किन्ने डॉलर कमाउणा, वो कहंदा 8000 एक दिन दे। 8 घंटे ड्यूटी, 8 घंटे दे विच मैं 8000 डॉलर, 24 घंटे साढ़े कोले सारे दिन च 24 घंटियां विच समा, ते 1 घंटे दे हिस्से किन्ना आया, 8 तिया 24,000, 1000 रुपया। 1 घंटे दे विच किन्ने श्वास निकले, 1 घंटे दे श्वासां दी कीमत 1000 रुपया। 8 घंटियां दे विच 8000 रुपया। चलो ये समझण लई कैलकुलेशनां तुसीं जिहदे कोले बहुती आ बहुती कर ले, जिहदे कोले थोड़ी माया वो थोड़ी कर ले, लेकिन उन्होंने समझ के वेखियो भी श्वासां दी कीमत, माया हाथ विकाना। जे हुण जे घंटियां लई समा वेच रहे आ भी इन्ने घंटे दे इन्ने पैसे लेने आ, इन्ने समय दे इन्ने, ते फिर माया हथों ही विक रहा ना बंदा। माया मन माया हाथ विकाना, बादशाह कहते माया हाथ विकाना। गुरु तेग बहादुर साहब कहते ये बंदा माया दे हाथ विक गया, पल पल विक रहा। माया इनू कदे किते वेच दिंदी आ, कदे किते वेच दिंदी आ। ये नहीं कि शरीर विक जाता, जमीरां तां तकरीबन विक ही रही ने। जदों जमीरां विकदियां ने फिर वड्डे वड्डे फैसले किसी कौम के खिलाफ भी हो जाते आ। जदों जमीरां विक जांदियां ने उदों लम्हों ने खता की, सदियों ने सजा पाई। इकबाल दा शेर है ना, फिर एक लम्हे लई जिहड़ा अपनी ज़मीर वेच के फैसले अपने कौम के खिलाफ कर जाता, फिर वो सदियां तक सजावां उस कौम नूं भुगतणियां पैंदियां ने। एक लम्हे की कीती हुई गलती, तो लम्हा की सी, वो माया हथों विक गया। इत्थे माया की मंडी विच माया हथों विकण वाले बहुत ने, खरीदण वाले भी बहुत आ, विकण वाले भी बहुत आ। एक बुजुर्ग बाबा, इतिहास की गत है, वो घाह खोतदा है, घाह वेचदा है। कदे 1 टके का विक जाता, कदे 2 टकियां का। 1 टके च 2 पैसे आउंदे आ, 4 आनियां का 1 पैसा आउंदा, अगे 64 आनियां का, जिहदे विच 4 आने 16 आने पैसिਆਂ का 1 आना होया। 2 पैसिਆਂ ਦੇ ਵਿੱਚ 1 टका। तो उस बुजुर्ग बाबे ने चंगा सोहना घाह खुरचना, जिथों कितों लभना, उन्हें घाह मंडी च जाके वेचना। किसी ने उन्होंने कहा, बाबा बड़ा समा हो गया तैनूं घाह वेचदे नूं, तेरा घाह कदे महंगा विक जाता, कदे सस्ता विक जाता है। तू घाह मंडी विच घाह बड़ी बार वेचिया, कदे महंगा कदे सस्ता। तू इउं कर, कोशिश कर तू अपना आप ही किते वेच ला। माया लई तो बड़ी बार विक गए।
ਮਾਇਆ ਲਈ ਤਾਂ ਤੂੰ ਘਾਹ ਵੀ ਵੇਚਦਾ, ਆਪਣਾ ਆਪ ਵੀ ਕਈ ਵਾਰ ਦਾਅ ਤੇ ਲੱਗ ਜਾਂਦਾ ਹੈ। ਤੂੰ ਆਪਣਾ ਆਪ ਹੀ ਕਿਤੇ ਵੇਚਣ ਦੀ ਕੋਸ਼ਿਸ਼ ਕਰ ਲਾ। ਉਹ ਕਹਿੰਦਾ ਹੱਟੀ ਦੱਸ ਕਿੱਥੇ ਵੇਚਾਂ, ਮੇਰਾ ਕਿਸੇ ਨੇ ਕੀ ਮੈਨੂੰ ਖਰੀਦ ਕੇ ਦੇਣਾ ਹੈ। ਪਰ ਜੇ ਕੋਈ ਤੇਰੀ ਨਜ਼ਰ 'ਚ ਦੁਕਾਨ ਹੈ, ਤੇਰੀ ਨਜ਼ਰ ਵਿੱਚ ਕੋਈ ਹੱਟੀ ਹੈ, ਤੇਰੀ ਨਜ਼ਰ ਵਿੱਚ ਕੋਈ ਇਹੋ ਜਿਹਾ ਵਪਾਰੀ ਹੈ ਜਿਹੜਾ ਮੈਨੂੰ ਖਰੀਦ ਲਵੇ। ਮਾਇਆ ਹੱਥੋਂ ਤਾਂ ਮੈਂ ਬੜਾ ਸਮਾਂ ਹੋ ਗਿਆ ਮੈਨੂੰ ਵਿਕਦੇ ਨੂੰ, ਅੱਜ ਬਜ਼ੁਰਗੀ ਆ ਗਈ, ਮੈਂ ਦੁਨੀਆ ਵੇਖ ਲਈ, ਦੁਨੀਆ 'ਚ ਮਾਇਆ ਦੇ ਹੱਥੋਂ ਹੀ ਬੰਦਾ ਵਿਕ ਰਿਹਾ। ਮੈਨੂੰ ਇਹੋ ਜਿਹੀ ਦੁਕਾਨ ਦੱਸ ਜਿੱਥੇ ਮੈਂ ਆਪਣਾ ਆਪ ਵੇਚ ਲਵਾਂ। ਤੁਹਾਡੇ ਵਰਗੇ ਕਈ ਪਰਉਪਕਾਰੀ ਵੀ ਹੁੰਦੇ ਆ ਦੱਸਣ ਵਾਲੇ। ਉਹ ਕਹਿੰਦੇ ਆ ਰਸਤੇ ਤੇ ਚੱਲਿਆ ਜਾ, ਸਾਹਮਣੇ ਜੰਗਲ ਆਏਗਾ, ਜੰਗਲ ਵਿੱਚ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਤੰਬੂ ਲੱਗਿਆ ਹੋਇਆ, ਉੱਥੇ ਆਪਣਾ ਆਪ ਵਿਕ ਜਾਂਦਾ ਹੈ। ਉੱਥੇ ਤੱਕ ਸੌਦੇ ਸਿਰਾਂ ਦੇ ਹੁੰਦੇ ਆ, ਉੱਥੇ ਮਨ ਵੀ ਵਿਕ ਜਾਂਦਾ ਹੈ। ਤੂੰ ਉੱਥੇ ਚੱਲਿਆ ਜਾ, ਤੇਰਾ ਆਪਣਾ ਆਪ ਤੂੰ ਵੇਚ, ਗੁਰੂ ਖਰੀਦ ਲਏਗਾ। ਕਹਿੰਦਾ ਸੱਚੀ ਗੱਲ ਹੈ, ਗੁਰੂ ਹਰਗੋਬਿੰਦ ਸਾਹਿਬ ਮੈਨੂੰ ਖਰੀਦ ਲੈਣਗੇ? ਕਹਿੰਦੇ ਖਰੀਦ ਲੈਂਦੇ ਆਓ। ਜਿਹੜਾ ਕੋਈ ਆਪਣਾ ਆਪ ਵੇਚਣ ਜਾਵੇ, ਮਨ ਵੇਚੇ, ਸਤਿਗੁਰ ਕੇ ਪਾਸ ਜਿਹੜਾ ਮਨ ਵੇਚਣ ਜਾਵੇ, ਆਪਣਾ ਆਪ ਵੇਚਣ ਜਾਵੇ, ਉਹ ਖਰੀਦ ਲੈਂਦਾ। ਤੂੰ ਜਾ ਤਾਂ ਸਹੀ। ਅੱਜ ਇਹ ਬਜ਼ੁਰਗ ਬਾਬੇ ਨੇ 1 ਟਕਾ ਬੋਝੇ 'ਚ ਪਾਇਆ, ਚਲਿਆ ਗਿਆ, ਸਾਹਮਣੇ ਤੰਬੂ ਆਇਆ, ਤੰਬੂ 'ਚ ਵੜ ਗਿਆ, ਘਾਹ ਦੀ ਪੰਡ ਵੀ ਨਾਲ ਹੈ। ਤੰਬੂ ਦੇ ਵਿੱਚ ਵੜਿਆ, ਘਾਹ ਦੀ ਪੰਡ ਰੱਖੀ ਸਾਹਮਣੇ, ਤਖਤ ਤੇ ਬੈਠੋ, ਬੜਾ ਹੈਰਾਨ ਹੋਇਆ ਵੀ ਇੱਥੇ ਮੇਰੇ ਦਰਬਾਰ 'ਚ ਘਾਹ ਦੀਆਂ ਪੰਡਾਂ ਕੌਣ ਲੈ ਕੇ ਆਉਂਦਾ? ਇੱਥੇ ਲੋਕ ਕੀਮਤੀ ਨਜ਼ਰਾਨੇ ਲੈ ਕੇ ਆਉਂਦੇ ਆ, ਕੀਮਤੀ ਪਟਾਵਾਂ ਸੁਗਾਤਾਂ ਲੈ ਕੇ ਆਉਂਦੇ ਆ। ਆ ਘਾਹ ਦੀ ਪੰਡ, ਚਲੋ ਕੋਈ ਗੱਲ ਨਹੀਂ, ਵੇਖਦੇ ਆ ਕਿਵੇਂ ਆਇਆ। ਘਾਹ ਦੀ ਪੰਡ ਰੱਖੀ, 1 ਟਕਾ ਉਹਦੇ ਚਰਨਾਂ ਵਿੱਚ ਰੱਖ ਕੇ ਅਰਦਾਸ ਕੀਤੀ, ਸ਼ਹਿਨਸ਼ਾਹ, ਹੇ ਮੇਰੇ ਸੱਚੇ ਬਾਦਸ਼ਾਹ, ਆ ਘਾਹ ਆਪਣੇ ਘੋੜਿਆਂ ਨੂੰ ਪਾ ਲਿਓ, ਆ ਟਕਾ ਮੇਰਾ ਲੰਗਰਾਂ 'ਚ ਲਾ ਲਿਓ, ਤੇ ਮੈਨੂੰ ਰਾਮ ਨਾਮ ਦੀ ਦਾਤ ਬਖਸ਼ ਕੇ ਮੇਰਾ ਜੀਵਨ ਲੇਖੇ ਵਿੱਚ ਲਾ ਦਿਓ, ਮੈਨੂੰ ਜੀਵਨ ਮੁਕਤੀ ਬਖਸ਼ ਦਿਓ। ਤਖਤ ਤੇ ਬੈਠਣ ਵਾਲੇ ਨੇ ਸੁਣਿਆ ਵੀ ਲੱਗਦਾ ਇਹ ਗਲਤ ਤੰਬੂ 'ਚ ਆ ਗਿਆ। ਉਹਨੇ ਕਿਹਾ ਬਾਬਾ ਤੇਰਾ ਘਾਹ ਵੀ ਮੈਂ ਘੋੜਿਆਂ ਨੂੰ ਪਾ ਲਾਂਗਾ, ਤੇਰਾ ਟਕਾ ਵੀ ਮੈਂ ਕਿਤੇ ਨਾ ਕਿਤੇ ਲਾ ਲਾਂਗਾ, ਆ ਜਿਹੜਾ ਇਹਦੇ ਬਦਲੇ ਤੂੰ ਕੁਛ ਮੰਗ ਰਿਹਾ ਨਾ, ਇਹ ਮੰਗ ਥੋੜੀ ਜੀ ਬਦਲ ਲਾ। ਤੂੰ ਰਾਮ ਨਾਮ ਦੀ ਗੱਲ ਛੱਡ, ਤੂੰ ਮੁਕਤੀ ਦੀ ਗੱਲ ਛੱਡ, ਮੈਂ ਤੈਨੂੰ ਆ ਘਾਹ ਦੇ ਬਦਲੇ 5-7 ਪਿੰਡਾਂ ਦੀ ਜਗੀਰ ਦੇ ਦਿੰਦਾ। ਤੂੰ ਰਾਮ ਨਾਮ ਨਾ ਮੇਰੇ ਤੋਂ ਮੰਗ, ਇਹਦੇ ਬਦਲੇ ਮੈਂ ਤੈਨੂੰ 5-7 ਲੱਖ ਰੁਪਈਆ ਦੇ ਦਿੰਦਾ। ਤੇਰਾ ਘਾਹ ਵੀ ਮੈਂ ਵਰਤ ਲਾਂਗਾ, ਤੇਰਾ ਟਕਾ ਵੀ ਵਰਤਿਆ ਜਾਏਗਾ, ਪਰ ਤੂੰ ਆਪਣੀ ਮੰਗ ਥੋੜੀ ਜੀ ਬਦਲ ਲਾ। ਉਹਨੇ ਕਿਹਾ ਨਹੀਂ, ਮੈਂ ਜ਼ਿੰਦਗੀ ਜਿਉਂ ਕੇ ਵੇਖੀ ਆ, ਮੈਂ ਮੇਰੀ ਉਮਰ ਦੇ ਬਜ਼ੁਰਗੀ 'ਚ ਆ ਗਈ, ਮੈਂ ਹੁਣ ਤੱਕ ਜਿੰਨੀ ਕੁ ਲੋੜ ਸੀ ਮਾਇਆ ਵੀ ਵਰਤ ਕੇ ਵੇਖ ਲਈ, ਜਿੰਨੇ ਕੁ ਰੱਬ ਨੇ ਪਦਾਰਥ ਦਿੱਤੇ ਮੈਂ ਸਭ ਖਾ ਪੀ ਕੇ ਹੰਢਾ ਕੇ ਵੇਖ ਲਏ। ਇਹ ਮਾਇਆ ਸਦੀਵ ਕਾਲ ਨਾਲ ਨਿਭਣ ਵਾਲੀ ਨਹੀਂ, ਇਹ ਮਾਇਆ ਨੇ ਮੇਰੇ ਨਾਲ ਨਹੀਂ ਜਾਣਾ, ਇਹ ਮਾਇਆ ਨੇ ਪਰਮਾਤਮਾ ਦੀ ਦਰਗਾਹ ਵਿੱਚ ਮੇਰੇ ਨਾਲ ਨਹੀਂ। ਤਾਂ ਖੋਟਾ ਸਿੱਕਾ ਜਾਣ ਕੇ ਉੱਥੋਂ ਕੱਢ ਦਿੱਤੀ ਜਾਏਗੀ, ਭਾਵੇਂ 1 ਟਕਾ ਹੋਵੇ, ਭਾਵੇਂ 5-7 ਲੱਖ ਰੁਪਈਆ ਹੋਵੇ। ਅੰਤ ਵੇਲੇ ਇਹਨਾਂ 'ਚੋਂ ਨਾ 1 ਟਕੇ ਨੇ ਕੰਮ ਆਉਣਾ, ਨਾ ਤੇਰੇ 5-7 ਲੱਖ ਨੇ ਕੰਮ ਆਉਣਾ। ਤੂੰ ਮੈਨੂੰ ਮੇਰਾ ਜੀਵਨ ਲੇਖੇ ਲਾ, ਮੈਨੂੰ ਰਾਮ ਨਾਮ ਦੀ ਦਾਤ ਦੇ, ਮੈਨੂੰ ਜੀਵਨ ਮੁਕਤੀ ਦੀ ਦਾਤ ਦੇ, ਮੇਰਾ ਲੋਕ ਪਰਲੋਕ ਸਵਾਰ ਦੇ, ਮੇਰਾ ਅੱਗਾ ਸਵਾਰ ਦੇ, ਮੈਨੂੰ ਆਪਣੇ ਚਰਨਾਂ ਵਿੱਚ ਜੋੜ ਲਾ। ਉਹਨੂੰ ਵੀ ਫਿਰ ਲੱਗਿਆ ਵੀ ਗੱਲ ਬਹੁਤੀ ਅੱਗੇ ਚਲੀ। ਉਹਨੇ ਕਿਹਾ ਤੂੰ ਮਿਲਣ ਕਿਹਨੂੰ ਆਇਆ? ਉਹਨੇ ਕਿਹਾ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ। ਕਹਿੰਦੇ ਫਿਰ ਤੂੰ ਗਲਤ ਆ ਗਿਆ, ਮੇਰਾ ਨਾਮ ਜਹਾਂਗੀਰ ਬਾਦਸ਼ਾਹ ਹੈ, ਮੈਂ ਹਿੰਦੁਸਤਾਨ ਦਾ ਬਾਦਸ਼ਾਹ। ਕਹਿੰਦੇ ਮੈਨੂੰ ਵੀ ਬਾਦਸ਼ਾਹੀ ਨੇ। ਗੁਰੂ ਹਰਗੋਬਿੰਦ ਸਾਹਿਬ ਦਾ ਤੰਬੂ ਨਾਲ ਹੀ ਲੱਗਿਆ। ਉਹ ਕਹਿੰਦਾ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨਹੀਂ? ਕਹਿੰਦਾ ਨਹੀਂ। ਕਹਿੰਦਾ ਉਹ ਮੈਨੂੰ ਭੁਲੇਖਾ ਪੈ ਗਿਆ। ਭੁਲੇਖੇ ਅਕਸਰ ਲੋਕਾਂ ਨੂੰ ਪੈ ਜਾਂਦੇ ਆ, ਪਰ ਭੁਲੇਖਾ ਕੱਢਿਆ ਵੀ ਤਾਂ ਜਾ ਸਕਦਾ ਨਾ। ਧਰਮ ਦੀ ਦੁਨੀਆ 'ਚ ਭੁਲੇਖੇ ਪਾਏ ਬਹੁਤ ਜਾਂਦੇ ਆ, ਪਰ ਕੱਢਦਾ ਕੋਈ ਨਹੀਂ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ 'ਚ ਬੈਠੋਗੇ, ਇੱਥੇ ਕੋਈ ਭੁਲੇਖਾ ਰਹਿੰਦਾ ਨਹੀਂ। ਸਤਿਗੁਰੂ ਇੱਕ ਇੱਕ ਕਰਕੇ ਸਭ ਭੁਲੇਖੇ ਕੱਢ ਦਿੰਦੇ ਆ। ਉਹਨੇ ਟਕਾ ਵੀ ਚੱਕ ਲਿਆ, ਜ਼ੁਰਤ ਵੇਖੋ ਬਾਬੇ ਦੀ। ਉਹਨੇ ਘਾਹ ਦੀ ਪੰਡ ਵੀ ਚੱਕ ਲਈ। ਜਹਾਂਗੀਰ ਬਾਦਸ਼ਾਹ ਕਹਿੰਦਾ ਹੁਣੇ ਤਾਂ ਤੂੰ ਮੈਨੂੰ ਕਹਿ ਰਿਹਾ ਸੀ 2 ਜਹਾਨ ਦਾ ਵਾਲੀ, ਕੀ ਗੱਲ ਮੈਂ ਤੇਰੇ ਆ 2 ਘਾਹ ਦੀ ਪੰਡ ਤੇ 1 ਟਕੇ ਦਾ ਵਾਲੀ ਵੀ ਨਹੀਂ, ਤੇਰੇ ਆ 2 ਪੈਸਿਆਂ ਦਾ ਵਾਲੀ ਵੀ ਨਹੀਂ। ਮੈਨੂੰ ਤਾਂ ਇਉਂ ਲੱਗਦਾ ਜਿਵੇਂ ਕੱਖਾਂ ਦੀ ਪੰਡ ਚੱਕ ਕੇ ਤੂੰ ਮੈਨੂੰ ਕੱਖੋਂ ਹੌਲਾ ਕਰ ਚੱਲਿਆ ਹਿੰਦੁਸਤਾਨ ਦੇ ਬਾਦਸ਼ਾਹ ਨੂੰ। ਤੂੰ ਮੇਰੇ ਕੋਲੋਂ ਭੇਟਾ ਹੋਰ ਲੈ ਜਾ, ਇਹ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਰੱਖਦੀ, ਪਰ ਜਿਹੜੀ ਮੇਰੇ ਕੋਲ ਰੱਖੀ ਹੈ ਇਹ ਤਾਂ ਪਈ ਰਹਿਣ ਦੇਣਾ, ਲੋਕ ਕੀ ਕਹਿਣਗੇ। ਉਹਨੇ ਕਿਹਾ ਨਹੀਂ ਨਹੀਂ, ਇਹ ਭੇਟਾ ਤਾਂ ਮੈਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਲਈ ਲੈ ਕੇ ਆਇਆ, ਤੇਰੇ ਲਈ ਨਹੀਂ। ਬਾਬੇ ਨੇ ਇੱਕ ਨਾ ਸੁਣੀ, ਘਾਹ ਦੀ ਪੰਡ ਚੱਕੀ ਤੇ ਆਪਣਾ ਟਕਾ ਬੋਝੇ 'ਚ ਪਾਇਆ, ਵਾਹੋ ਦਾਹੀ ਨਾਲ ਦੇ ਤੰਬੂ ਵਿੱਚ ਗਿਆ। ਉੱਥੇ ਗੁਰੂ ਹਰਗੋਬਿੰਦ ਸਾਹਿਬ ਆਪ ਇਸ ਸਿੱਖ ਨੂੰ ਉਡੀਕ ਰਹੇ ਆ।
ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕਦੇ ਭਾਵਨਾ ਨਾਲ ਜਾਓ ਤਾਂ ਸਹੀ, ਕਦੇ ਜਿਵੇਂ ਆ ਬਾਬਾ ਆਪਣਾ ਆਪ ਵੇਚਣ ਵਾਸਤੇ ਗੁਰੂ ਕੋਲ ਗਿਆ, ਆਪਣੇ ਮਨ 'ਚ ਝਾਤ ਮਾਰ ਕੇ ਵੇਖਿਓ ਕਦੇ ਆਪਾਂ ਆਏ ਆ ਐਵੇਂ? ਕਦੇ ਇਸ ਭਾਵਨਾ ਨਾਲ ਆਇਆ ਵੀ ਸਤਿਗੁਰੂ ਮਾਇਆ ਦੇ ਹੱਥੋਂ ਦਾ ਬੜੀ ਵਾਰ ਵਿਕਿਆ, ਮਾਇਆ ਨੇ ਬੜੀ ਵਾਰ ਸੌਦੇ ਕੀਤੇ ਸਾਡੀਆਂ ਜ਼ਮੀਰਾਂ ਦੇ, ਤਕਦੀਰਾਂ ਦੇ, ਅੱਜ ਅਸੀਂ ਤੇਰੇ ਚਰਨਾਂ ਵਿੱਚ ਆਪਣਾ ਆਪ ਵੇਚਣਾ, ਅੱਜ ਰੱਖ ਲਾ, ਜਿਉਂ ਭਾਵੇਂ ਤਿਉਂ ਰੱਖ ਲੈ, ਹਮ ਸ਼ਰਨ ਪ੍ਰਭ ਆਏ, ਰਾਮ ਰਾਜੇ ਬੁਰੇ ਭਲੇ ਹਮ ਥਾਰੇ, ਪ੍ਰਭ ਜੀਓ ਖਸਮਾਂ ਨਾ ਕਰ ਪਿਆਰੇ, ਅਸੀਂ ਜਿਹੋ ਜਿਹੇ ਵਸ ਪ੍ਰਵਾਨ ਕਰ ਲਾ, ਅਸੀਂ ਵੇਚਣਾ ਹੈ ਅੱਜ। ਕਦੇ ਬਣੀ ਇਹੋ ਜਿਹੀ ਭਾਵਨਾ? ਤਾਂ ਮਹਾਰਾਜ ਸਾਹਿਬ ਕਹਿੰਦੇ ਆ ਇੱਕ ਭਗਤਾਂ ਦਾ ਬਚਨ ਹੈ, ਕਿਉਂਕਿ ਅਸੀਂ ਭੁਲਾਵੜੇ ਭੁੱਲੀ ਭੁੱਲ ਭੁੱਲ ਪਛੋਤਾਣੀ। ਤਕਰੀਬਨ ਵਾ ਸਤਿਗੁਰੂ ਕਹਿੰਦੇ ਆ ਨਾਤ ਕਛੂ ਨਾ ਜਾਨੋ, ਮਨ ਮਾਇਆ ਕੈ ਹਾਥ ਬਿਕਾਨੋ। ਹੇ ਨਾਥ, ਨਿਆਸਰੇ ਨੂੰ ਆਸਰਾ ਦੇਣ ਵਾਲੇ, ਅਨਾਥ ਨੂੰ ਸਵਾਮੀ, ਜਗਤ ਦੇ ਸਵਾਮੀ, ਮੈਨੂੰ ਮੇਰੀ ਪ੍ਰਤਪਾਲਨਾ ਕਰਨ ਵਾਲੇ, ਆ ਵੇਖ ਮੈਂ ਤਾਂ ਮੇਰਾ ਮਨ ਮਾਇਆ ਦੇ ਹੱਥੋਂ ਕਿੰਨੇ ਵਾਰੀ ਵਿਕਿਆ, ਵਿਕਦਾ ਹੀ ਜਾ ਰਿਹਾ ਹੈ। ਅੱਜ ਇਹ ਬਾਬਾ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਘਾਹ ਦੀ ਪੰਡ ਰੱਖੀ ਤੇ ਇੱਕ ਟਕਾ ਰੱਖ ਕੇ ਨਾਲ ਹੀ ਬੇਨਤੀ ਕੀਤੀ, ਮੇਰੇ ਸ਼ਹਿਨਸ਼ਾਹ ਇਹ ਟਕਾ ਤੇ ਘਾਹ ਦੀ ਪੰਡ ਮੈਂ ਭੁਲੇਖੇ ਨਾਲ ਜਹਾਂਗੀਰ ਬਾਦਸ਼ਾਹ ਦੇ ਚਰਨਾਂ ਵਿੱਚ ਭੇਟਾ ਕਰ ਚੁੱਕਿਆ ਸੀ, ਪਰ ਮੈਂ ਫਟਾਫਟ ਉਹਦੇ ਘਰ ਵਿੱਚ ਦਰ ਤੇ ਭੇਟਾ ਕੀਤੀ ਹੋਈ ਭੇਟਾ ਤੇਰੇ ਘਰ ਵਿੱਚ ਲੈ ਕੇ ਆਇਆ, ਪ੍ਰਵਾਨ ਕਰ ਲਿਓ। ਮੈਨੂੰ ਪਤਾ ਨਹੀਂ ਸੀ, ਮੈਂ ਭੁਲੇਖਾ ਖਾ ਗਿਆ, ਕਿਉਂਕਿ ਅਸੀਂ ਕਿਸੇ ਚੀਜ਼ ਨੂੰ ਵਰਤਿਆ ਹੋਵੇ ਅਸੀਂ ਉਹ ਚੀਜ਼ ਗੁਰੂ ਨੂੰ ਭੇਟਾ ਨਹੀਂ ਕਰਦੇ। ਅਸੀਂ ਗੁਰੂ ਲਈ ਹਰ ਵੇਲੇ ਕੁਛ ਨਵਾਂ ਚਾਹੁੰਦੇ ਹਾਂ, ਅਲੱਗ ਚਾਹੁੰਦੇ ਹਾਂ, ਮਹਿੰਗਾ ਚਾਹੁੰਦੇ ਹਾਂ, ਚਲੋ ਜਿਹੋ ਜਿਹੀ ਸਾਡੀ ਵਿੱਤ ਵਾਧਰਾ ਹੋਵੇ, ਪਰ ਅਸੀਂ ਭੇਟਾ ਹੰਡਾਈ ਹੋਈ ਚੀਜ਼, ਵਰਤੀ ਹੋਈ ਚੀਜ਼ ਗੁਰੂ ਨੂੰ ਭੇਟ ਨਹੀਂ ਕਰਦੇ। ਗੁਰੂ ਹਰਗੋਬਿੰਦ ਸਾਹਿਬ ਨੇ ਉਹ ਭੇਟਾ ਵੱਲ ਤੱਕਿਆ, ਟਕਾ ਮਹਾਰਾਜ ਸਾਹਿਬ ਨੇ ਲਿਆ, ਬੜਾ ਪਿਆਰ ਇਸ ਸਿੱਖ ਨੂੰ ਦਿੱਤਾ। ਉਹਨੇ ਕਿਹਾ ਮਹਾਰਾਜ ਆਹ ਘਾਹ ਆਪਣੇ ਘੋੜਿਆਂ ਨੂੰ ਪਾ ਲਿਓ, ਆਹ ਟਕਾ ਮੇਰਾ ਲੰਗਰਾਂ ਵਿੱਚ ਪਾ ਲਿਓ, ਤੇ ਆਹ ਜੀਵਨ ਸਿੱਖ ਦਾ ਜੀਵਨ ਜਿਹੜਾ ਇਹ ਲੇਖੇ ਵਿੱਚ ਲਾ ਲਿਓ। ਮੈਨੂੰ ਰਾਮ ਨਾਮ ਦੀ ਦਾਤ, ਮੈਨੂੰ ਜੀਵਨ ਮੁਕਤੀ ਦੀ ਦਾਤ, ਮੈਨੂੰ ਲੋਕ ਪਰਲੋਕ ਦਾ ਸੁੱਖ ਆਪਣੇ ਚਰਨਾਂ ਵਿੱਚ ਥਾਂ ਬਖਸ਼ ਦਿਓ। ਮੈਂ ਕਹਿੰਦਾ ਉਹ ਕਿਹੋ ਜਿਹੀਆਂ ਘੜੀਆਂ ਹੋਣਗੀਆਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਆਪ ਦੋਵੇਂ ਹੱਥ ਜੋੜ ਕੇ ਪਰਮਾਤਮਾ ਅੱਗੇ ਅਰਦਾਸ ਕਰਕੇ ਇਸ ਬਾਬੇ ਲਈ ਰਾਮ ਨਾਮ ਦੀ ਦਾਤ ਮੰਗ ਕੇ ਦਿੱਤੀ ਹੋਏਗੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਕਹਿ ਰਹੇ ਹੋਣਗੇ ਪਰਮਾਤਮਾ ਆ ਵੇਖ ਕਿੱਡੇ ਪਿਆਰ ਨਾਲ ਸਿੱਖ ਆਇਆ, ਇਹਨੂੰ ਜੀਵਨ ਜਿਉਂਦੇ ਜੀ ਮੁਕਤੀ ਦੇ, ਕਿਹੋ ਜਿਹਾ ਵਰਤਾਰਾ ਹੋਏਗਾ। ਜਦੋਂ ਉਸ ਸਿੱਖ ਲਈ ਗੁਰੂ ਹਰਗੋਬਿੰਦ ਸਾਹਿਬ ਦੀ ਰਸਨਾ ਤੋਂ ਬਚਨ ਨਿਕਲ ਰਹੇ ਹੋਣਗੇ, ਜਾ ਸਿੱਖਾ ਤੂੰ ਨਿਹਾਲ ਹੋਇਆ, ਤੇਰਾ ਜਨਮ ਮਰਨ ਕੱਟਿਆ, ਤੇਰਾ ਜੀਵਨ ਸਫਲ ਹੋਇਆ, ਤੈਨੂੰ ਜਿਉਂਦੇ ਨੂੰ ਮੁਕਤੀ ਦੀ ਦਾਤ, ਤੈਨੂੰ ਅੱਠੇ ਪਹਿਰ ਪਰਮਾਤਮਾ ਦਾ ਨਾਮ ਚੇਤੇ ਆਵੇ, ਕਿਹੋ ਜਿਹੀਆਂ ਸੁਭਾਗੀਆਂ ਘੜੀਆਂ ਹੋਣਗੀਆਂ। ਤੇਰੇ ਚਿੱਤ ਵਿੱਚ ਚੰਗਾ ਹੋਇਆ ਮਾਇਆ ਨਹੀਂ ਸੀ, ਤੂੰ ਜੇ ਮਾਇਆ ਹੁੰਦੀ ਤਾਂ ਮਾਇਆ ਦੇ ਹੱਥੋਂ ਤੂੰ ਜਹਾਂਗੀਰ ਕੋਲ ਵਿਕ ਜਾਣਾ ਸੀ। ਤੇਰੇ ਚਿੱਤ ਵਿੱਚ ਪਰਮਾਤਮਾ ਦਾ ਨਾਮ ਵਸਿਆ, ਇਸੇ ਕਰਕੇ ਤੂੰ ਰੱਬ ਦੇ ਘਰ ਵਿੱਚ ਵਿਕਣ ਵਾਸਤੇ ਆਇਆ। ਲੈ ਮੈਂ ਸੌਦਾ ਪ੍ਰਵਾਨ ਕੀਤਾ, ਮੈਂ ਤੇਰਾ ਮਨ ਆਪਣੇ ਕੋਲ ਰੱਖਿਆ, ਇਸ ਮਨ ਦੇ ਬਦਲੇ ਤੈਨੂੰ ਆਪਣਾ ਆਪ ਦੇ ਦਿੱਤਾ। ਐਡੀਆਂ ਬਖਸ਼ਿਸ਼ਾਂ ਇਸ ਘਰ ਵਿੱਚ ਵਰਤਦੀਆਂ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਜੋ ਅੱਜ ਰਹਿਮਤ ਸਾਡੀ ਝੋਲੀ ਵਿੱਚ ਪਾਈ ਆ, ਆਓ ਉਸ ਪਾਵਨ ਪਵਿੱਤਰ ਸ਼ਲੋਕ ਨੂੰ ਪਿਆਰ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ। ਨਿਸ ਦਿਨ, ਨਿਸ ਦਾ ਮਤਲਬ ਹੁੰਦਾ ਰਾਤ, ਤੇ ਦਿਨ ਦਾ ਮਤਲਬ ਤੁਸੀਂ ਸਮਝਦੇ ਹੋ, ਜਿਹੜਾ ਰਾਤ ਦਿਨ ਮਾਇਆ ਕਾਰਨੇ, ਮਾਇਆ ਲਈ, ਪ੍ਰਾਨੀ ਡੋਲਤ ਨੀਤ। ਹਰ ਰੋਜ਼ ਦਿਨ ਰਾਤ ਇਨਸਾਨ ਮਾਇਆ ਕਰਕੇ ਮਾਇਆ ਦੇ ਪਿੱਛੇ ਦੌੜ ਰਿਹਾ, ਮਾਇਆ ਨਾਲ ਚਿੱਤ ਜੋੜ ਰਿਹਾ ਤੇ ਮਾਇਆ ਪਿੱਛੇ ਲੱਗਿਆ ਡੋਲ ਰਿਹਾ, ਡਰ ਰਿਹਾ। ਡਿੱਗਣ ਡੋਲਾ ਤੌ ਲੋ ਜੋ ਮਨ ਕੇ ਭਰਮਾ। ਬੰਦਾ ਡਿੱਗਦਾ ਵੀ ਉਦੋਂ ਆ, ਡੋਲਦਾ ਵੀ ਉਦੋਂ, ਜੋ ਮਨ 'ਚ ਭਰਮ ਬਣੇ ਹੋਣ। ਜਦੋਂ ਭਰਮ ਪੈਦਾ ਕਰਨ ਵਾਲੀ ਮਾਇਆ ਨੂੰ ਚਿੱਤ ਵਿੱਚ ਵਸਾਈ ਬੈਠਾ, ਸਥਿਰਤਾ ਕਿੱਥੋਂ ਆਵੇ? ਤੇਰੇ ਚਿੱਤ ਵਿੱਚ ਅਡੋਲਤਾ ਕਿੱਥੋਂ ਆਵੇ? ਤੇਰਾ ਚਿੱਤ ਪਰਮਾਤਮਾ ਦੇ ਚਰਨਾਂ ਨਾਲ ਕਿਵੇਂ ਜੁੜੇ? ਤੋ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਆ, ਤੇਰਾ ਮਨ ਭਾਈ ਇਹ ਮਾਇਆ ਦੇ ਵਿੱਚ ਇੰਨਾ ਖਚਤ ਹੋ ਚੁੱਕਿਆ, ਇੰਨਾ ਗੁਲਤਾਨ ਹੋ ਚੁੱਕਿਆ, ਇਹ ਮਾਇਆ ਆਪ ਵੀ ਪਲ ਪਲ ਡੋਲ ਰਹੀ ਆ, ਤੈਨੂੰ ਵੀ ਪਲ ਪਲ ਡੁਲਾ ਰਹੀ ਆ। ਇਹ ਮਾਇਆ ਦਾ ਆਪਣਾ ਕੋਈ
ਸਟੈਂਡ, ਕੋਈ ਹੋਂਦ ਹਸਤੀ ਵਜੂਦ ਨਹੀਂ ਆ, ਤੇ ਤੈਨੂੰ ਵੀ ਤੇਰਾ ਇਹਨੇ ਵਜੂਦ ਮਾਇਆ ਨੇ ਆਪਣੇ ਕੋਲ ਖਰੀਦ ਕੇ ਤੇ ਤੈਨੂੰ ਵੀ ਦੁਨੀਆ ਦੇ ਤਖਤੇ ਤੋਂ, ਧਰਮ ਦੇ ਤਖਤੇ ਤੋਂ ਪਰਮਾਤਮਾ ਦੇ ਘਰ ਵਿੱਚੋਂ ਮਨਫੀ ਕਰ ਦਿੱਤਾ। ਉਹ ਭਾਗਾਂ ਵਾਲੇ ਹੁੰਦੇ ਆ ਜਿਨ੍ਹਾਂ ਦੇ ਚਿੱਤ ਵਿੱਚ ਪਰਮਾਤਮਾ ਦਾ ਨਾਮ ਵਸ ਜਾਏ, ਉਹ ਜਿਹੜੇ ਅਕਾਲ ਪੁਰਖ ਦੇ ਚਰਨਾਂ ਨਾਲ ਜੁੜ ਜਾਣ। ਨਹੀਂ ਤਾਂ ਦਿਨ ਰਾਤ ਦੁਨੀਆ ਮਾਇਆ ਵਿੱਚ ਲਿਪਤ ਹੋ ਕੇ ਵਾਰ-ਵਾਰ ਡੋਲ ਰਹੀ ਹੈ, ਡਗਮਗ ਕਰ ਰਿਹਾ ਉਹਨਾਂ ਦਾ ਚਿੱਤ। ਕਦੇ ਮਨ ਕਰਦਾ ਵੀ ਗੁਰੂ ਘਰ ਜਾਵਾਂ, ਕਦੇ ਕਰਦਾ ਵੀ ਰਹਿਣ ਹੀ ਦਿਆਂ, ਕਦੇ ਮਨ ਕਰਦਾ ਅੰਮ੍ਰਿਤ ਛਕ ਲਾਂ, ਵਿਸਾਖੀਆਂ ਬੜੀਆਂ ਲੰਘ ਗਈਆਂ, ਹੁਣ ਖਾਲਸੇ ਪੰਥ ਦਾ ਸਾਜਨਾ ਦਿਵਸ ਆ ਰਿਹਾ, ਕਿਉਂ ਨਾ ਹੋਵੇ ਮੈਂ ਐਤਕੀ ਖਾਲਸਾ ਪੰਥ ਦੇ ਸਾਜਨਾ ਦਿਵਸ ਤੋਂ ਪਹਿਲਾਂ ਖੰਡੇ ਬਾਟੇ ਦੀ ਪਹੁਲ ਲੈ ਕੇ ਫਿਰ ਗੁਰੂ ਗੋਬਿੰਦ ਸਿੰਘ ਨੂੰ ਮਿਲਣ ਜਾਵਾਂ। ਮਨ ਕਹਿੰਦਾ ਵੀ ਨਹੀਂ ਹਲੇ ਬੜਾ ਕੁਝ ਕਰਨ ਵਾਲਾ ਪਿਆ। ਮਾਇਆ ਨਹੀਂ ਨਾ ਉਸ ਰਸਤੇ ਤੇ ਚੱਲਣ ਦੀ, ਕਿ ਮਾਇਆ ਕਰਕੇ ਬੰਦਾ ਡੋਲ ਰਿਹਾ, ਦੁਵਿਧਾ ਵਿੱਚ ਪਿਆ ਹੋਇਆ, ਭਰਮ ਬਣੇ ਹੋਏ ਨੇ ਤੇ ਵਾਰ-ਵਾਰ ਭੁਲੇਖੇ ਮਨ ਵਿੱਚ ਪੈ ਰਹੇ ਆ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕੋਈ ਵਿਰਲਾ ਹੀ ਹੈ ਜਿਹੜਾ ਇਸ ਮਾਇਆ ਹੱਥੋਂ ਨਹੀਂ ਵਿਕਦਾ ਜੀ। ਊਟਨ ਮੈਂ ਨਾਨਕ ਕੋ ਨਾਰਾਇਣ ਜਿਹ ਜੀਤ। 800 ਕਰੋੜ ਦੇ ਕਰੀਬ ਆਬਾਦੀ ਆ ਸੰਸਾਰ ਦੀ, ਪੂਰੇ ਵਰਲਡ ਦੀ। 4-5 ਮਹੀਨੇ ਪਹਿਲਾਂ ਚਲੋ ਜਿਨ੍ਹਾਂ ਨੇ ਵੀ ਸਰਵਾ ਕੀਤਾ, ਨਿਊਜ਼ ਚੈਨਲਾਂ ਤੇ ਇਹ ਖਬਰਾਂ ਚੱਲੀਆਂ ਕਿ ਫਿਲੀਪੀਨ ਦੇ ਵਿੱਚ 800 ਕਰੋੜਵੇਂ ਬੱਚੇ ਦਾ ਜਨਮ ਹੋਇਆ। ਬਲਕਿ 1 ਮਿੰਟ ਵਿੱਚ ਪਤਾ ਨਹੀਂ ਕਿੰਨੇ ਕੁ ਬੱਚੇ ਆਉਂਦੇ ਆ। ਇਹ ਉਹਨਾਂ ਨੇ ਕਿਵੇਂ ਕੈਲਕੂਲੇਸ਼ਨ ਕੀਤੀ ਉਹ ਜਾਣਦੇ ਆ, ਲੇਕਿਨ ਉਹਨਾਂ ਨੇ ਇਹ ਕਲੀਅਰ ਕਰ ਦਿੱਤੀ ਗੱਲ ਕਿ 800 ਕਰੋੜ ਦੀ ਆਬਾਦੀ ਹੈ ਸੰਸਾਰ ਦੀ। 800 ਕਰੋੜ ਦੇ ਵਿੱਚੋਂ ਅਸੀਂ ਸਿਰਫ 2% ਆ। 2% ਵਾਲਿਆਂ ਲਈ 2-2.5 ਕਰੋੜ ਮਸਾਂ ਅਸੀਂ ਹੈਗੇ ਆ। ਕੋਈ ਅੰਮ੍ਰਿਤਧਾਰੀ ਆ, ਕੋਈ ਬਿਨਾਂ ਅੰਮ੍ਰਿਤ ਤੋਂ ਵੀ ਨੇ, ਪਰ ਸਿੱਖੀ ਨਾਲ ਸਾਰੇ ਤੇ ਦੁਨੀਆ ਦੇ ਮਹਿਜ਼ 160-65 ਦੇਸ਼ਾਂ ਵਿੱਚ ਸਿੱਖ ਵਸੇ ਆ। ਇੰਨੇ ਵੱਡੇ ਪਸਾਰੇ ਦੇ ਵਿੱਚੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕੋਟਨ ਮੈਂ ਨਾਨਕ ਕਉ। ਜੇ ਕੋਟ ਹੁੰਦਾ ਤਾਂ 1 ਕਰੋੜ ਦੀ ਗੱਲ ਹੋਣੀ ਸੀ, ਕੋਟਨ ਕਹਿ ਦਿੱਤਾ ਕਰੋੜਾਂ ਦੇ ਵਿੱਚੋਂ। ਨਾਰਾਇਣ ਜਿਹ ਚੀਤ, ਪਾਤਸ਼ਾਹ ਕਹਿੰਦੇ ਭਾਈ ਆ ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਹੀ ਹੈ ਜਿਹਦੇ ਚਿੱਤ ਵਿੱਚ ਪਰਮਾਤਮਾ ਵਸਿਆ ਹੋਵੇ, ਜਿਹਦੇ ਚਿੱਤ ਵਿੱਚ ਅਕਾਲ ਪੁਰਖ ਵਸਿਆ ਹੋਵੇ, ਜਿਹਦੇ ਚਿੱਤ ਵਿੱਚ ਉਹ ਨਿਰੰਕਾਰ ਵਸਿਆ ਹੋਵੇ, ਜਿਹਦੇ ਚੇਤੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਦਾ ਜਪਜੀ ਸਾਹਿਬ ਵਸਿਆ ਹੋਵੇ, ਜਿਹਦੇ ਚੇਤੇ ਵਿੱਚ ਮੂਲ ਮੰਤਰ ਵਸਿਆ ਹੋਵੇ। ਕਰੋੜਾਂ ਚੋਂ ਕੋਈ ਵਿਰਲਾ ਜਿਹਦੇ ਚੇਤੇ ਵਿੱਚ ਸਤਨਾਮ ਵਾਹਿਗੁਰੂ ਵਸਿਆ ਹੋਵੇ। ਨਹੀਂ ਤਾਂ ਇੱਥੇ ਦੁਨੀਆ ਦੇ ਚਿੱਤ ਵਿੱਚ ਮਾਇਆ ਹੀ ਵਸੀ ਹੋਈ ਆ। ਮਾਇਆ ਹੱਥੋਂ ਬੰਦਾ ਵਾਰ-ਵਾਰ ਵਿਕ ਰਿਹਾ। ਮਾਇਆ ਕਰਕੇ ਇਨਸਾਨ ਆਪਣਾ ਧਰਮ, ਦੀਨ, ਇਮਾਨ ਸਭ ਕੁਝ ਦੀਨ ਗਵਾਇਆ। ਦੁਨੀ ਸਿਓ ਦੁਨੀ ਨਾ ਚਾਲੀ ਸਾਧ ਪਾਏ ਕੁਹਾੜਾ ਮਾਰਿਆ, ਗਾਵਲ ਹੱਥ ਆਪਣੇ ਹੱਥ ਮਾਰੇ। ਕਹਿੰਦੇ ਨਹੀਂ ਤਾਂ ਇੱਥੇ ਸੰਸਾਰ ਮਾਇਆ ਹੱਥੋਂ ਹੀ ਵਿਕ ਰਿਹਾ, ਮਾਇਆ ਨੂੰ ਚਿੱਤ ਵਿੱਚ ਵਸਾ ਕੇ ਤੁਰਿਆ ਫਿਰਦਾ। ਕੋਈ ਕਰੋੜਾਂ ਚੋਂ 1 ਅੱਧਾ ਹੀ ਆ ਜਿਹਦੇ ਚਿੱਤ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੋਇਆ ਹੈ। ਨਿਗਾਹ ਮਾਰ ਕੇ ਵੇਖ ਲਓ ਉਹਨਾਂ ਕਰੋੜਾਂ 'ਚ ਅਸੀਂ ਆ ਰਹੇ ਹਾਂ ਕਿ ਨਹੀਂ। ਕਰੋੜਾਂ ਦੇ ਵਿੱਚੋਂ 1 ਅੱਧੇ ਜਿਹਦੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ, ਆਪਣੇ ਮਨ ਵਿੱਚ ਚਿੰਤਨ ਜ਼ਰੂਰ ਕਰਿਓ। ਘਰ ਵਿੱਚ ਜਾ ਕੇ ਜਦੋਂ ਕਥਾ ਸੁਣ ਕੇ ਜਾਂਦੇ ਹੋ ਨਾ, ਕਥਾ ਦਾ ਮਤਲਬ ਵੀ ਇਹ ਹੁੰਦਾ ਸਾਨੂੰ ਸਾਡੇ ਜੀਵਨ ਦੀ ਅਸਲੀਅਤ ਸਾਡੇ ਸਾਹਮਣੇ ਰੱਖ ਦਿੰਦੀ ਹੈ ਕਥਾ। ਅਸੀਂ ਕਿੱਥੇ ਖੜੇ ਹਾਂ, ਗੁਰੂ ਕੀ ਕਹਿ ਰਿਹਾ, ਇਹ ਕਥਾ 'ਚ ਸਾਨੂੰ ਪਤਾ ਲੱਗ ਜਾਂਦਾ ਹੈ। ਫਿਰ ਇਹਦਾ ਚਿੰਤਨ ਵੀ ਕਰਿਆ ਕਰੋ। ਕੋਈ ਬੱਚਾ ਸਕੂਲ ਵਿੱਚੋਂ ਸਿਲੇਬਸ ਪੜ੍ਹਦਾ ਹੈ, ਸੁਣਦਾ ਹੈ, ਤੇ ਉਹਨੂੰ ਹੋਮਵਰਕ ਦਿੱਤਾ ਜਾਂਦਾ ਵੀ ਇਹਨੂੰ ਘਰ ਜਾ ਕੇ ਪਕਾਈ, ਘਰ ਜਾ ਕੇ ਚੇਤੇ ਕਰੀ, ਘਰ ਜਾ ਕੇ ਪੜ੍ਹੀ। ਜੇ ਔਖਾ ਹੋਵੇ ਟਿਊਸ਼ਨ ਰੱਖ ਲੈਂਦਾ, ਵਾਰ-ਵਾਰ ਜਾ ਕੇ ਪੁੱਛਦਾ ਵੀ ਮੈਂ ਕੱਲ ਜੇ ਇਹਦਾ ਜਵਾਬ ਮੰਗ ਲਿਆ ਮੈਂ ਜਵਾਬ ਕੀ ਦੇਣਾ। ਪਰ ਅਸੀਂ ਧਰਮ ਦੀ ਦੁਨੀਆ ਵਿੱਚ ਜੋ ਸੁਣਿਆ ਇੱਧਰਲੇ ਕੰਨ 'ਚੋਂ ਪਾਇਆ, ਦੂਜੇ 'ਚੋਂ ਕੱਢ ਦਿੱਤਾ। ਜੋੜੇ ਪਾਉਂਦੇ ਗੱਲ ਭੁੱਲ ਜਾਂਦੀ ਆ। ਕੁਛ ਮਾੜੀ ਗੱਲ ਹੋਈ ਹੋਵੇ ਉਹ ਕਈ ਮਹੀਨੇ ਯਾਦ ਰਹਿੰਦੀ ਆ ਵੀ ਅਸੀਂ ਉਦੋਂ ਇੱਕ ਦਿਨ ਜੀ ਕਥਾ ਤੇ ਗਏ, ਉੱਥੇ ਆਹ ਗੱਲ ਵਾਪਰੀ ਜਿਹੜੀ ਕਥਾ ਨਾਲ ਸੰਬੰਧਿਤ ਨਾ ਹੋਵੇ। ਪਰ ਕਥਾ ਵਿੱਚ 1 ਘੰਟਾ ਕੀ ਗੱਲਾਂ ਹੋਈਆਂ ਉਹ ਨਹੀਂ ਚੇਤੇ ਰਹਿੰਦਾ। ਖੈਰ ਸਤਿਗੁਰੂ ਕਿਰਪਾ ਕਰਨ, ਜਿਨ੍ਹਾਂ ਦੇ ਲਈ ਮਹਾਰਾਜ ਨੇ ਕਿਹਾ ਕੋਟਨ ਮੈਂ ਨਾਨਕ ਕੋ, ਜਿਹੜਾ ਕਰੋੜਾਂ 'ਚੋਂ ਕੋਈ ਵਿਰਲਾ ਹੈ ਨਾ, ਉਹ ਵਿਰਲੇ 'ਚ ਸਾਡਾ ਵੀ ਨਾਮ ਆ ਜਾਏ। ਕਿਤੇ ਸਾਡੇ ਚਿੱਤ ਵਿੱਚ ਵੀ ਪਰਮਾਤਮਾ ਦਾ ਨਾਮ ਵਸ ਜਾਏ, ਮਾਇਆ ਨਿਕਲ ਜਾਏ। ਮਾਇਆ ਛੱਡਣੀ ਨਹੀਂ, ਮਾਇਆ ਦੀ ਪਕੜ ਕੱਢਣੀ ਆ। ਮਾਇਆ ਹੱਥੋਂ ਵਿਕਣਾ ਨਹੀਂ। ਮਾਇਆ ਦੇ ਲਈ ਮਾਇਆ ਨੂੰ ਅਸੀਂ ਆਪਣੇ ਹਿਸਾਬ ਨਾਲ ਵਰਤਣਾ। ਖੈਰ ਅੱਜ ਮੈਂ ਬੇਨਤੀ ਕਰਨੀ ਚਾਹੁੰਦਾ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ 4 ਸਾਹਿਬਜ਼ਾਦੇ ਨੇ। ਕੁੱਲ ਸਾਹਿਬਜ਼ਾਦੇ ਗੁਰੂ ਸਾਹਿਬਾਨਾਂ ਦੇ 22 ਨੇ, ਪਰ ਅਰਦਾਸ ਵਿੱਚ ਅਸੀਂ ਸ਼ਬਦ ਪੜ੍ਹਦੇ ਹਾਂ 5 ਪਿਆਰੇ 4 ਸਾਹਿਬਜ਼ਾਦੇ। 4 ਦਾ ਨਾਮ ਆਇਆ ਉੱਥੇ, 22 ਦਾ ਨਹੀਂ ਆਇਆ। 22 ਵਿੱਚੋਂ 4 ਦੀ ਗੱਲ ਪਾਤਸ਼ਾਹ ਨੇ ਕੀਤੀ। ਉਹਨਾਂ 4 ਵਿੱਚੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ
दूसरे साहबजादे धन धन बाबा जुझार सिंह जी, जिन्हां दा अज जन्म दिहाड़ा है। आनंदपुर साहब की धरती, धन गुरु गोबिंद सिंह साहब पातशाह का घर, धन धन माता जीतो की कुख। सन 1690 अप्रैल का महीना मात जीतो की कुख नूं भाग लगे, इस साहबजादे की आमद हुई। मैं कहना गुरु गोबिंद सिंह साहब पातशाह ने नाम किड्डे कमाल दे रखे, वो जानी जान ने। कट कट के अंदर की जानत भले बुरे की, पीर पछाण जिहड़ा घटा घटा दियां जानन वाला, उन्होंने ये तो पता ही है ना परमात्मा जिहड़े मैनू पुੱਤ दे रहा, इन्हां ने लेखे किवें लगना है। ये आए किस हिसाब नाल ने, जाना किहड़े हिसाब नाल, तो जानदा ना। उन्हें नाम भी ओहो जे रखे आ। पहला जंग भंगाणी दा जित्तिया जांदा, वड्डे साहबजादे दी आमद हुंदी आ, कहंदे जंग जित्तिया साहबजादे दा नाम अजीत सिंह रख दिओ। पातशाह अजीत सिंह क्यों? कहंदे हाँ कल इन्हें बड़े मैदाने जंगां विच जाना, अजीत नाम तां रखण लग्गिया ये किसी तो जित्तिया नहीं जाएगा। पातशाह कहंदे अजित होण वास्ते फिर जुझार बनने की लोड़ है। अज दूजे साहबजादे का नाम जुझार सिंह रख रहे आ, ते दो साहबजादे हो रहा, ते जुझारू बनने वास्ते जोर की लोड़ हुंदी आ। तीजे साहबजादे का नाम जोरावर रख दिता, जिहदे कोले ये 3 गुण होण, वो अजित होवे, वो जुझारू होवे, वो जोरावर होवे। पातशाह कहंदे फिर फतेह उन्हां दे आप कदम चुमदी आ। चौथे साहबजादे का नाम फतेह सिंह रखिया। मैं गल नेड़े करा, 14 साल 8 महीने 17 दिन की कुल उम्र बाबा जुझार सिंह दी। यानी सोहण सिंह सीतल ने, प्रिंसीपल सतवीर सिंह, कुछ होर एक भाई सेवा सिंह होया, उन्होंने भी इन्ने की अंकड़े कढ़े आ। ते इन्नी क उम्र दे विच बातां वड्डियां पा गए ने, इन्नी क उम्र दे विच काम वड्डे कर गया, इन्नी निक्की उम्र दे विच काम इन्ने वड्डे कर गए, वड्डे वड्डे लोग अज उन्हां दे कदमां ते जग झुक रहे आ। अज वड्डे वड्डे लोगों को झुकण वास्ते मजबूर कर दिता। आनंदपुर साहब की धरती ते बड़ियां रहमतां वरतियां ने। इत्थे कदे होले महल्ले कढ़े आ, इत्थे कदे प्रसादी हाथी आउंदा है, इत्थे खालसा पंथ की साजना हुंदी आ। इसे आनंदपुर साहब दे विच 3 साहबजादियां दा जन्म हुंदा है। साहबजादे गतका इत्थे सिखदे आ, घोड़ सवारी इत्थे सिखदे आ, गुरमत की विद्या इत्थे पढ़दे आ। इत्थे बड़ा कुछ गुरमत दा सिੱਖਿਆ ਜਾਂਦਾ है, ते पर ओदा जरूरी नहीं हुंदा जिहड़े स्कूल विच कोई औखी पढ़ाई पढ़ी होवे, इम्तिहान भी उत्थे होण। कई बार टफ विशा होवे ते ओदा सिलेबस, ओदा होमवर्क इन्ना औखा दिता होवे, टीचर कई बार इवें कर दिया किसी इहो जी थां ते ओदा इम्तिहान रख दिया जिथे सिफारिश कोई ना होवे, जिथे उस इम्तिहान विच हेरा फेरी होने का डर कोई ना होवे। कई बार पेपर उत्थे ले जाते आ। जिहड़ी विद्या आनंदपुर साहब पढ़ी उहदा इम्तिहान चमकौर की गढ़ी विच होण लग्या। की विद्या पढ़ाई ते अज किहड़ा इम्तिहान है? मेरे ख्याल जिन्हां ने भी लड़ना उन्होंने किसी नूं नहीं पता होना भी साडा 40 क जाणियां दा मत्था 10 लाख नाल लगना है। पर 10 होवे करोड़ होवे कोई फर्क नहीं है, क्योंकि हथ सिर ते गुरु गोबिंद सिंह पातशाह दा है। 8 पो 22 दसंबर सन 1704 खूनी सूरज चढ़िया। दुनिया का असावा जंग, दुनिया का अनोखा जंग शुरू होने लग्या। 5 प्यारियां विचों प्यारियां दे जथे निकलने शुरू होए ने। दिन का दूजा पैर समाप्त होया, दिन का दूसरा पैर शुरू होने लग्या। तो महाराज दा वड्डा साहबजादा बाबा अजीत सिंह उन्हें क्या पातशाह इन्ने साडे भरा शहीद हो गए, मैनू भी आग्या दो, मैं मैदाने जंग में जाना है। बाबा अजीत सिंह नाल 8 जाणियां दा जथा, कुल जाने 8 बन के ये जथे दे विच जथे समेत जकारियां दी गूंज विच अज मैदाने जंग विच गूंजदे आ। जिधर भी जांदे आ तरथली मच जांदी है। एक वक्त आउंदा है जदों बाबा अजीत सिंह ते वार इन्ने हो जांदे आ, 400 तो वध फट लगदे आ, शहादत दा जाम पी जांदे आ। जद नूं छोटे साहबजादे ने कहा पातशाह भाई से विछड़ कर मुझे जीना नहीं आता, सोना नहीं खाना नहीं पीना नहीं पाता। अज जिहड़ी रात लंघ के गई है ना, धन गुरु गोबिंद सिंह पातशाह ने प्यारे सिखां नूं लाड लड़ाए, अपने सोए हुए बच्चों नूं लाड लड़ाए। अज खालसा पंथ नाल गल्लां होईयां, अज परमात्मा नाल सारी रात गल्लां होईयां। गुरु गोबिंद सिंह साहब ने आराम नहीं किया। सोए हुए बच्चों के कहा सर को पकड़ कर
चल दोगे अब अब्बा को मुसीबत में जकड़ कर, थी जिंदगी लिखी हुई किस्मत ने उजड़ कर, फिर मिलने का वादा तो किए जाओ बिछड़ कर, थे चार हो अब दो ही, सहर ये भी ना होंगे हम सब्र करेंगे अगर ये भी ना होंगे, फरमाते थे कल दोनों ही परवान चढ़ोगे, दुख भोगेंगे हम खुल्द में तुम चैन करोगे, होते ही सहर जुदाई हमें दोगे, सुपने में खबर आके कभी बाप की भी लोगे, ऐ मेरे अजीत ऐ मेरे जुझार प्यारे, हम कहते हैं कुछ सुनते हो दिलदार प्यारे। सुते हुए बच्चों के सिर कोल पातशाह कोल खड़ के कह रहा, अज अपने पुत्र नूं मैदाने जंग विच तुरन लग्या, मारे कहंदे जिवें तेरा भरा इन्नी सूरमताई नाल लड़िया जुझार सिया, तू भी घट नहीं आ, की होया तेरी उम्र छोटी है, तेरे कोले हथियार छोटे आ, पर तेरे ते हथ समर्थ गुरु दा, तेनू सिक्ख्या तेरे दादे गुरु तेग बहादुर साहब दा खून तेरियां रगां च दौड़दा है, देखी किते दुश्मन दियां वड्डियां किरपानां तेगां वेख के डर ना जाई, हो सकदा तेरे तो किसी का सिर ना वड्डिया जावे। बाबा जुझार सिंह कहंदे पातशाह जे किसी का सिर ना वड्डिया गया, दुश्मन दी तेग अगे अपना सिर रख देंगा, अपना सिर तो वडवा लांगा ना, अपना सिर तो मैं वार देंगा। महाराज साहब कहते ने अज ये बच्चों नूं तैयार बाबा जुझार सिंह नूं तैयार किया गया, गरीब नवाज पातशाह ने आप तैयारी की, हम देते हैं खंजर इसे शमशीर समझना, नेज़ों की जगह दादा का तुम तीर समझना, जितने मरे इससे उन्हें बेपीर समझना, जख्म आए तो रोना नहीं दिलगीर समझना, जब चोट कलेजे में लगे तब सी नहीं करना, उफ मेरी जान मुंह से कभी नहीं उचरना। तब बादशाह ने क्या, एक ख्वाहिश है मेरी अंतली की इच्छा पूरी करी, ख्वाहिश है तुम्हें तेग चलाते हुए देखे, इस आग से तुझे बरशी खाते हुए देखे। बेटा जदों दुश्मन दा बरशा तेरे सीने विच वजे उदों मेरे वाल एक बार मुख कर लई, मैं बरशी खांदे नूं शहीद हुंदा वेखना चाहुंदा। अज अपने पिता दी ये मंग पूरी करने वास्ते साहबजादा जुझार सिंह तुरन लगे। फिर एक बार अल्लाह यार खान जोगी कहंदे महाराज साहब ने क्या, लो जाओ सिधारो तुम्हें अल्लाह को सौंपा, मर जाओ या मारो तुम्हें अल्लाह को सौंपा, सिक्खी को उभारो तुम्हें अल्लाह को सौंपा, रब को ना विसारो तुम्हें अल्लाह को सौंपा। बेटा तुम ही हो पंथ के बेड़े के खावैया, सर भेंट करो ताकि धर्म की चले नैया। इस वेले तू मेरे को एक सिर इस फुलवाड़ी का बचिया, मैं चाहना ये सिर भी पंथ दे लेखे ला दिया ताकि पंथ की बेड़ी डगमगा ना जाए, ये पंथ की बेड़ी अगे चलती रहे। अज गरीब नवाज सच्चे पातशाह अपने पुत छोटे साहबजादे बाबा जुझार सिंह नूं तैयार करके रण तत्ते इस मैदाने जंग विच तोरिया। जयकारियां दी गूंज, मैं फिर बेनती करा, बाहर 10 लाख की फौज, वड्डियां वड्डियां उम्रां वाले, बाहर नार खां भी है, बाहर वजीर खान भी है, बाहर जबरदस्त खान भी है, बाहर अली खान वर्गे वड्डे वड्डे सूरमे पूरे खान वर्गे ने। उन्हां दा मुकाबला करने वास्ते 14 साल 8 महीनों की उम्र का एक सतगुरां दा साहबजादा तुरिया है, पर एक गुरु का विश्वास है, गुरु का भरोसा, गुरु की रहमत सिर ते आ, गुरु के चरणों नूं हथ लाया, आशीर्वाद लिया, नाल सिंघां दा जथा दिता, भाई आलम सिंह नचने ने जकारे छड्डे, गुरु गोबिंद सिंह गढ़ी की उच्ची ममटी ते जा खड़े, जकारियां की गूंज विच अपने इस साहबजादे नूं विदा कीता है। कहंदे जिवें ये साहबजादा मैदाने जंग विच गया, 10-20 को जख्मी किया, 10-20 को मारा। महाराज साहब कहंदे एक हमले में इस एक ने 21 को मारा, जिन्हों 14 साल का कह रहे ना छोटा जिहा, एहो जिहा हमला किया, 10-20 को जख्मी किया, 10-20 को मारा। इस एक ने एक हमले में 21 को मारा, खनास को मारा, कभी इबलीस को मारा, गुल मच गया। एक तिफल ने 40 को मारा। तिफल बच्चे नूं कहंदे आ, एक छोटे जे बच्चे ने 40 जणियां नूं मार दिता। वो कहंदे बच बच के लड़ो, कलगी वालों के पिसर से ये नीमचा लाए हैं गुरु गोबिंद की कमर से। ये छोटी जी कृपान अपने पिता गुरु तो लेके आया, बच के लड़ो इहदे नाल। इन्हें आउंदे ने साडे किन्ने सिपाही मार दिते आ। कहंदे ने अज दिन दा इधर सूरज ढलण लग्या 8 पोह दा, चौथे पैर दी तीसरे पैर दी समाप्ति होण लगी आ। चमकौर दी गड़ी दी धरती दा रंग बिल्कुल लाल हो चुकिया है। अज गुरु गोबिंद सिंह साहब पातशाह कोले जो कुछ इत्थे मौजूद है, अज अपना जन्मदिन भी आ,
जन्म दिन दे उपर अपने पुत्र नूं वार के कौम दी झोली विच पाया। मेरे पुत रहण भावें ना रहण, पर खालसा पंथ अमर रहना चाहिए। देखदियां सूरज ढल रहा है। इधर गुरु गोबिंद सिंह साहब दा लख ते जिगर बाबा जुझार सिंह शहादत दा जाम पी के अपने वड्डे भरा नाल चला गया। उत्थे सोहण सिंह सीतल साहब ने बड़े कमाल दियां सदरां लिखियां। कहंदे हस शहीदी पा गया जद लाल छुटेरा, अखां सावें हो गया ओ बेरा बेरा, उंगल ला के लै गया ओनू वीर वडेरा, जोड़ी जोड़ी हो गया सी परिवार बथेरा, हथ बन बोले सतगुरु वाह भाणा तेरा, उलामा कोई नहीं परमात्मा तेरा भाणा है। पराई ईमान क्यों रखी है, दिती हूँ सुख होए तैं ये दातां दित्तियां अज लै लईयां कोई अफसोस नहीं। हथ बन बोले सतगुरु वाह भाणा तेरा, तेरा तुझको सौंपते क्या लग है मेरा, पंथ वसे मैं हुक्म रजाई चलना, प्रण पाल जो करे चंगेरा। महाराज कहंदे पंथ वसे मैं उजड़ा, अपना सब कुछ कौम दे लेखे ला के भी अरदास ये कर रहा मेरा पंथ वसना चाहिए। मेरे गोद ले पुत्र, मेरा खालसा पंथ गोद लिया होया पुत्र है, ये मेरा नादी पुत्र है, ये पंथ नूं कुछ ना होवे। पंथ वसे मैं उजड़ा मन चौक नेरा, होवा तेथों सुरखरू प्रण पाल उचेरा, वाह वाह गोबिंद सिंह वाह तेरा जेरा। तेरे वर्गा जिगरा किसी का नहीं वेख्या होना जेड़ा अपने पुत्रां दियां लाशां उत्ते खुशी दे गीत गा रहा है। ते चगड़ी दे विचों निकलण लग्या पातशाह ने दोवें बच्चों के शरीरां कोले खड़ के कहा सी, लो बच्चों तुसा मेरा दा अज संबंध टुटा, तुसी चलो मैं दूजियां दोहां नूं घल्लदा, तुसी जाके अपनी थां मल्लो। मैं दूजियां दोहां नूं घल्लदा हाँ ते तुसी जाके सचखंड विच अपनी थां बनाओ। तुसी दो चले गए हो, मैं पिछे जिहड़े दो रह गया उन्हां नूं भी तुहाडे कोल भेजदा। ये धन गुरु गोबिंद सिंह साहब पातशाह दियां अपर अपार अचरजता वालियां बातां ने, जिन्हां नूं सुन के सिख कौम की पूरे संसार इस देश वासियों का मान उच्चा हो जाता। क्यों? क्योंकि अज जिहड़ियां खुशियां रौनकां तंदुरुस्तियां साडे घरां च सरदारियां ये धन गुरु गोबिंद सिंह साहब ने बख्शियां होईयां ने। अज जे साडे बच्चे चढ़दियां कलां विच देशां विदेशां विच नूं इसे करके ही आ क्योंकि गुरु गोबिंद सिंह ने साडे बच्चे खुश रहण अपने चार वारे होए आ। पर नाल ये भी कह गए सन, इन पुत्रन के शीस पर वार दिए सुत चार, चार मुए तो क्या हुआ जीवत कई। जे इत्थे 800 करोड़ की आबादी, 2-2.5 करोड़ सिखां की आबादी, गल हज़ारां की कर गए। जीवत कई हज़ार, लख भी कह सकते हैं, करोड़ भी कह सकते हैं, क्योंकि ये हज़ार उही प्रवान होने आ जिहड़े चारां वर्गे बन जाणगे। हज़ारां नूं चारां वर्गे बनना पैना। जो कुछ चारां ने किया उन्हां हज़ारां नूं करना पैना, जो चारां ने नहीं किया वो हज़ारां नूं छड्डना पैना। तां साडा नाम उन्हां हज़ारां च आउणा जिन्हां हज़ारां लई पातशाह ने कहा जीवत कई हज़ार। सतगुरु कृपा करन, धन धन बाबा जुझार सिंह जी की महान उन्हां दे जन्म दिन दियां लख लख आप संगतां नूं वधाइयां होण। कृपा करन उन्हां दे पाए हुए पूरनियां ते चलण दा बल सुमत सतगुरु सानूं बख्शिश करन। इन्नियां बेनतियां प्रवान तमाम भुलां चुकां दी खिमा देहो सज्जण असीसड़ियां जो होवै। साहिब स्यों मेल आखिरी पंक्तियां दा पाठ सरवण करके समाप्ति करिए जी। निस दिन माया कारणे प्राणी डोलत नीत, कूट न मैं नानक को नारायण जिह जीत। वाहिगुरु जी का खालसा, वाहिगुरु जी की फतेह।